ਤੇ ਹਾਈਵੇ ਤੇ ਜੋ ਪਿੱਛੇ ਮਾਝੇ ਤੋਂ ਆ ਰਿਹਾ ਵੱਡਾ ਨਜ਼ਾਰਾ ਟਰੈਕਟਰਾਂ ਨੂੰ ਵੇਖਣ ਵਾਲਾ, ਇਹ ਉਸ ਤੋਮਰ ਦੇ ਬਿਆਨ ਦਾ ਜਵਾਬ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਬਾਰਡਰ ਜਿਹੜਾ ਕੁੰਡਲੀ ਹੈ ਉਹਦੇ ਤੱਕ ਤਕਰੀਬਨ 500 ਕਿਲੋਮੀਟਰ ਦਾ ਵਕਵਾ ਬਣਦਾ ਤੇ ਦੁਨੀਆ ਦੀ ਸਭ ਤੋਂ ਵੱਡੀ ਪਰੇਡ ਅੱਜ ਹੋ ਰਹੀ ਹੈ। ਮੇਰੇ ਹਿਸਾਬ ਨਾਲ ਇਸ ਰੋਡ ਤੋਂ 2 ਲੱਖ ਦੇ ਕਰੀਬ ਜਿਹੜਾ ਟਰੈਕਟਰ ਤੇ ਟਰਾਲੀਆਂ ਲੰਘੇਗਾ ਜੀ। ਦੇਖੋ ਇਹ ਕਾਨੂੰਨ ਹੋਣੇ ਰੱਦ, ਅੱਜ ਕਰ ਲਵੇ ਮੋਦੀ, ਕੱਲ ਕਰ ਜਵੇ, ਮੈਚ ਜਿੱਤਣਾ ਪੰਜਾਬੀਆਂ ਨੇ। ਜਿਹੜੀ ਉਹਨਾਂ ਨੇ 20 ਤਾਂ 22 ਤਰੀਕ ਨੂੰ ਮਿੱਠੀ ਗੋਲੀ ਦੇਣ ਦੀ ਕੋਸ਼ਿਸ਼ ਕੀਤੀ ਸੀ, ਉਹ ਤੇ ਉਹਨੇ ਮਿਰਚਾਂ ਲਪੇਟ ਕੇ ਉਹਨਾਂ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਅਸੀਂ ਇੱਕ ਸਿੰਗਲ ਚੈਨ ਬਣਾ ਦਈਏ ਟਰੈਕਟਰਾਂ ਦੀ ਤੇ ਪਾਕਿਸਤਾਨ ਜਾ ਕੇ ਵੜ ਜਾਣੀ ਹੈ ਚੈਨ। ਇੰਨਾ ਟਰੈਕਟਰ ਜਿਹੜਾ ਲੋਕਾਂ ਨੇ ਘਰਾਂ ਚੋਂ ਕੱਢ ਲਿਆ, ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ। ਬੱਚਾ ਝੋਕ ਦਿਆਂਗੇ, ਪਿੱਛੇ ਨਹੀਂ ਮੁੜਾਂਗੇ, ਜਾਂ ਜਿੱਤਾਂਗੇ ਜਾਂ ਮਰਾਂਗੇ, ਪਿੱਛੇ ਨਹੀਂ ਮੁੜਾਂਗੇ। ਅਗਰ ਉਹ ਪਿਆਰ ਨਾਲ ਸਾਡੇ ਨਾਲ ਸਹਿਮਤੀ ਕਰਕੇ ਪਰੇਡ ਕਰਾਉਂਦੇ ਆ ਤਾਂ ਇਹਨੂੰ ਦੁਨੀਆ ਵੇਖੇਗੀ। ਹਜੇ ਵੀ ਸੁਧਰ ਜਾਣ ਮੋਦੀ ਦੇ ਜਿਹੜੇ ਹਜੇ ਉਹਨੂੰ ਇਸ਼ਾਰਾ ਕਰਦੇ ਆ ਵੀ ਟਿਕੇ ਰਹੋ ਟਿਕੇ ਰਹੋ। ਇਹ ਬਿੱਲ ਰੱਦ ਕਰਨੇ ਪੈਣੇ ਆ, ਇਦੋਂ ਘੱਟ ਸੂਤ ਨਹੀਂ ਆਉਣਾ। ਅਗਰ ਉਹਨਾਂ ਦੇ ਮਨ 'ਚ ਹਜੇ ਵੀ ਕੋਈ 26/11 ਦੇਖਣ ਤੋਂ ਬਾਅਦ 26/1 ਦਾ ਵੀ ਨਜ਼ਾਰਾ ਵੇਖਣਾ ਤਾਂ ਹਸ਼ਰ 26/11 ਤੋਂ ਮਾੜਾ ਹੋਊਗਾ। ਉਹਦਾ ਮਗਰਮੱਛ ਨੇ, ਉਹਨਾਂ ਨੂੰ ਵਪਾਰੀ ਨਹੀਂ ਕਹਿ ਸਕਦਾ, ਉਹਦਾ ਮਗਰਮੱਛ ਨੇ ਜਿਹੜਾ ਸਭ ਨੂੰ ਨਿਕਲਣਾ ਚਾਹੁੰਦੇ। ਇਸ ਅੰਦੋਲਨ ਦੇ ਵਿੱਚ ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਈ ਕਿਰਪਾ ਦੇ ਸਿੱਟੇ ਹੋ ਰਿਹਾ, ਕੋਈ ਆਪਣੇ ਆਪ ਨਹੀਂ ਹੋ ਰਹੀ, ਉਹ ਗੁਰੂ ਮਹਾਰਾਜ ਦੀ ਕਿਰਪਾ ਆ, ਉਹੀ ਕਰੋ। ਸਰਕਾਰ ਵੱਲੋਂ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਕਹਿੰਦੇ ਕੀਤੀਆਂ ਗਈਆਂ। 26 ਨੂੰ ਵੀ ਬਹੁਤ ਤਿਆਰੀਆਂ ਸੀਗੀਆਂ ਜੀ, ਕੋਈ ਚੱਕਰ ਨਹੀਂ ਤਾਂ ਤਿਆਰੀਆਂ ਆਪਣੀਆਂ ਹੀ ਪੂਰੀਆਂ ਹੀ ਆ। ਅੰਦੋਲਨ ਸਿਰਫ ਲੋਕਾਂ ਦੀ ਭੀੜ ਇਕੱਠੀ ਕਰਕੇ ਨਹੀਂ ਜਿੱਤੇ ਜਾਂਦੇ, ਬਲਕਿ ਅੰਦੋਲਨ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੁੰਦੇ ਆ, ਜੇ ਉਹਨਾਂ ਦੇ ਅੰਦਰ ਲੜਨ ਦਾ ਜਜ਼ਬਾ ਹੋਏਗਾ, ਜੇ ਉਹ ਕਿਸੇ ਕਾਰਨ ਦੇ ਲਈ ਲੜ ਰਹੇ ਹੋਣਗੇ, ਜੇ ਲੜਨ ਦਾ ਮਨਸੂਬਾ ਇੱਕ ਹੋਏਗਾ, ਫਿਰ ਅੰਦੋਲਨ ਲੜੇ ਵੀ ਜਾਂਦੇ ਆ ਤੇ ਜਿੱਤੇ ਵੀ ਜਾਂਦੇ ਆ। ਹਾਲਾਂਕਿ ਬਹੁਤ ਸਾਰੇ ਸਿਆਸੀ ਅੰਦੋਲਨ ਵੀ ਅਸੀਂ ਦੇਖ ਤੇ ਦਿਖਾ ਚੁੱਕੇ ਹਾਂ, ਪਰ ਇਸ ਸਮੇਂ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਨਾ, ਉਹ ਜਨ ਅੰਦੋਲਨ ਲੋਕ ਭਾਵਨਾਤਮਕ ਤੌਰ ਤੇ ਲੜ ਰਹੇ ਨੇ। ਸ਼ਾਇਦ ਇਹੀ ਕਾਰਨ ਹੈ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਅੰਦੋਲਨ ਅਜੇ ਵੀ ਆਪਣੇ ਉਰੂਜ ਦੇ ਉੱਤੇ ਆ। ਸਰਕਾਰ ਦਬਾਅ ਦੇ ਵਿੱਚ ਆ, ਭਾਵੇਂ ਨਾ ਨੁੱਕਰ ਬਹੁਤ ਕੀਤੀ ਜਾਂਦੀ ਹੈ, ਪਰ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਜੋ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਆ ਕਿ ਦਿੱਲੀ ਦੀਆਂ ਸੜਕਾਂ ਦੇ ਉੱਤੇ, ਆਊਟਰ ਰਿੰਗ ਰੋਡ ਦੇ ਉੱਤੇ ਟਰੈਕਟਰਾਂ ਦੀਆਂ ਗੁੱਲੀਆਂ ਜਿਹੜੀਆਂ ਉਹ ਘੁੰਮਣਗੀਆਂ, ਔਰ ਉਹ ਦਿੱਲੀ ਦੀਆਂ ਸੜਕਾਂ ਤੇ ਨਹੀਂ ਦੌੜਨਗੇ ਟਰੈਕਟਰ, ਬਲਕਿ ਸੱਤਾ ਦੇ ਅਹੰਕਾਰ ਦੇ ਉੱਤੇ ਦੌੜਦੇ ਨਜ਼ਰ ਆਉਣਗੇ। ਅੱਜ ਫਗਵਾੜੇ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਅਧੀਨ 2000 ਤੋਂ ਵੱਧ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਦਿੱਲੀ ਲਈ ਰਵਾਨਾ ਹੋ ਰਿਹਾ। ਕੁਝ ਨੁਮਾਇੰਦੇ ਭਾਰਤੀ ਕਿਸਾਨ ਯੂਨੀਅਨ ਦੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਸੀਨੀਅਰ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕਿਰਪਾਲ ਸਿੰਘ ਮੂਸਾਪੁਰ ਹੋਰੀ। ਕਿਰਪਾਲ ਸਿੰਘ ਜੀ, ਵੱਡਾ ਕਾਫਲਾ ਆ, ਲੜਾਈ ਵੀ ਵੱਡੀ ਹੈ। ਜਿੱਡਾ ਕਾਫਲਾ ਆ ਉਹਦੇ ਨਾਲੋਂ ਕਿਤੇ ਵੱਡੀ ਲੜਾਈ ਹੈ, ਔਰ ਮੈਨੂੰ ਲੱਗਦਾ ਕਿ ਇਹ ਕਾਫਲਾ ਨਾ ਤਾਂ ਪਹਿਲਾ ਹੋਏਗਾ ਤੇ ਨਾ ਤਾਂ ਆਖਰੀ ਹੋਏਗਾ, ਲਗਾਤਾਰ ਜਾ ਰਹੇ ਨੇ ਕਾਫਲੇ। ਸਰਕਾਰ ਦਾ ਰੌਂ ਕੋਈ ਇਦਾਂ ਦਾ ਨਜ਼ਰ ਨਹੀਂ ਆਇਆ ਆਖਰੀ ਮੀਟਿੰਗ ਦੇ ਵਿੱਚ ਕਿ ਉਹ ਚਾਹੁੰਦੀ ਹੈ ਕੋਈ ਹੱਲ ਹੋ ਜਾਵੇ। ਇੱਕ ਤਰੀਕੇ ਦੀ ਥੋੜੀ ਜਿਹੀ ਧਮਕੀ ਜਿਹੀ, ਡਰਾਵਾ ਜਿਹਾ ਦੇ ਕੇ ਕੇਂਦਰੀ ਮੰਤਰੀ ਜਿਹੜੇ ਉਹ ਨਿਕਲੇ ਕਿ ਹੁਣ ਤੁਹਾਨੂੰ ਪਸੰਦ ਹੋਊਗਾ ਤਾਂ ਦੱਸ ਦਿਓ, ਨਹੀਂ ਤਾਂ ਆਪਾਂ ਗੱਲ ਨਹੀਂ ਕਰਨੀ। ਕੁਝ ਇਦਾਂ ਦੇ ਰੌਂ ਉਹਨਾਂ ਦੇ ਨਜ਼ਰ ਆਏ। ਤੇ ਜਿੱਦਾਂ ਵੱਡੇ ਕਾਫਲੇ ਲੈ ਕੇ ਜਾਏ ਜਾ ਰਹੇ ਆ ਦਿੱਲੀ ਦੇ ਵਿੱਚ 26 ਜਨਵਰੀ ਦੀ ਪਰੇਡ, ਜਿਹਨੂੰ ਕਿਸਾਨ ਪਰੇਡ ਦਾ ਨਾਮ ਦਿੱਤਾ ਗਿਆ, ਔਰ ਜਿੱਦਾਂ ਦੀਆਂ ਤਿਆਰੀਆਂ ਦਿੱਲੀ ਦੀ ਪੁਲਿਸ ਕਰਦੀ ਪਈ ਆ ਕਿ ਰੈਪਿਡ ਐਕਸ਼ਨ ਫੋਰਸ ਉੱਥੇ ਤਾਇਨਾਤ ਕਰ ਦਿੱਤੀ ਆ, ਕੰਡਿਆਲੀਆਂ ਤਾਰਾਂ ਵਾਧੂ ਵਿਛਾ ਦਿੱਤੀਆਂ ਗਈਆਂ ਆ, ਰਾਹ ਦੇ ਵਿੱਚ ਟਿੱਪਰ ਖੜੇ ਕਰਨੇ ਵਾਧੂ ਸ਼ੁਰੂ ਕਰ ਦਿੱਤੇ ਆ। ਕੀ ਲੱਗਦਾ ਕਿੱਦਾਂ ਦੀਆਂ ਪ੍ਰਸਥਿਤੀਆਂ ਉਸ ਦਿਨ ਲਈ ਬਣਨਗੀਆਂ ਜਦੋਂ ਦਿੱਲੀ ਦੀ ਸਰਹੱਦ ਦੇ ਅੰਦਰ ਦਾਖਲ ਹੋਣ ਦੀ ਟਰੈਕਟਰ ਮਾਰਚ ਵੱਲੋਂ ਕੋਸ਼ਿਸ਼ ਕੀਤੀ ਜਾਏਗੀ? ਦੇਖੋ, ਆਹ ਜੋ ਕੁਝ ਤੁਸੀਂ ਸੜਕਾਂ ਤੇ ਨਜ਼ਾਰਾ ਵੇਖ ਰਹੇ ਆ, ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਗਾਈਡ ਫਗਵਾੜੇ ਤੋਂ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਤੇ ਹਾਈਵੇ ਤੇ ਜੋ ਪਿੱਛੇ ਮਾਝੇ ਤੋਂ ਆ ਰਿਹਾ ਵੱਡਾ ਨਜ਼ਾਰਾ ਟਰੈਕਟਰਾਂ ਨੂੰ ਵੇਖਣ ਵਾਲਾ, ਇਹ ਉਸ ਤੋਮਰ ਦੇ ਬਿਆਨ ਦਾ ਜਵਾਬ ਹੈ। ਜੋ ਕੁਝ ਤੋਮਰ ਨੇ, ਖੇਤੀਬਾੜੀ ਮੰਤਰੀ ਨੇ ਹੈਂਕੜਬਾਜ਼ੀ ਵਾਲਾ ਜਵਾਬ ਕੱਲ ਕਿਸਾਨ ਜਥੇਬੰਦੀਆਂ ਨੂੰ ਦਿੱਤਾ, ਇਹ ਉਸੇ ਰੋਹ ਦਾ ਜਵਾਬ ਦੇਣ ਦਾ ਇੱਕ ਸਿੱਟਾ ਹੈ। ਤੇ ਜਿੰਨਾ ਕਿ ਸਾਡੇ ਨੌਜਵਾਨਾਂ 'ਚ ਜੋਸ਼ ਹੈ, ਸਾਡੇ ਆਗੂਆਂ ਦੀ ਹੋਸ਼ ਹੈ, ਜਿਹੜੀ ਉਹਨਾਂ ਨੇ 20 ਤਾਂ 22 ਤਰੀਕ ਨੂੰ ਮਿੱਠੀ ਗੋਲੀ ਦੇਣ ਦੀ ਕੋਸ਼ਿਸ਼ ਕੀਤੀ ਸੀ, ਉਹ ਤੇ ਉਹਨੇ ਮਿਰਚਾਂ ਲਪੇਟ ਕੇ ਉਹਨਾਂ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਆ। ਤੇ ਇਹ ਜੋ ਦਿੱਲੀ ਪੁਲਿਸ ਕਰਦੀ ਹੈ, ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਪਿਆਰ ਦਾ, ਸਬਰ ਦਾ ਫਲ ਮਿੱਠਾ ਹੁੰਦਾ। ਅਗਰ ਉਹ ਪਿਆਰ ਨਾਲ ਸਾਡੇ ਨਾਲ ਸਹਿਮਤੀ ਕਰਕੇ ਪਰੇਡ ਕਰਾਉਂਦੇ ਆ ਤਾਂ ਇਹਨੂੰ ਦੁਨੀਆ ਵੇਖੇਗੀ। ਅਗਰ ਉਹਨਾਂ ਦੇ ਮਨ 'ਚ ਹਜੇ ਵੀ ਕੋਈ 26/11 ਦੇਖਣ ਤੋਂ ਬਾਅਦ 26/1 ਦਾ ਵੀ ਨਜ਼ਾਰਾ ਵੇਖਣਾ ਤਾਂ ਹਸ਼ਰ 26/11 ਤੋਂ ਮਾੜਾ ਹੋਊਗਾ। ਚੀਜ਼ ਹੋ ਰਿਹਾ
ਰੋਕਾਂ ਲਈ ਕੋਸ਼ਿਸ਼ਾਂ ਚੱਲਦੀਆਂ ਪਈਆਂ। ਉਹ ਜੋ ਕੁਝ ਹੋਏਗਾ ਉਹ 26 ਤਰੀਕ ਨੂੰ ਹੋਏਗਾ, ਉਦੋਂ ਪਤਾ ਲੱਗੇਗਾ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਕਹਿ ਵੀ ਦਿੱਤਾ ਕਿ ਸ਼ਾਂਤਮਈ ਹੋਏਗਾ ਸਾਰਾ ਕੁਝ, ਸਾਡੇ ਵੱਲੋਂ ਕੋਈ ਹਿੰਸਾ ਕਿਸੇ ਤਰੀਕੇ ਦੀ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ। ਪਰ ਇਹਦੇ ਤੋਂ ਪਹਿਲਾਂ ਜਿਹੜੀ ਉਸ ਧਰਨੇ ਦੇ ਦਰਮਿਆਨ ਜਿਹੜੀ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੱਲ ਇੱਕ ਨੌਜਵਾਨ ਨੂੰ ਮੀਡੀਆ ਦੇ ਸਾਹਮਣੇ ਕੀਤਾ ਗਿਆ ਕਿ ਭਾਈ ਇਹ ਆਇਆ ਆ, ਹਥਿਆਰਾਂ ਦੀ ਗੱਲ ਕਰਦਾ ਆ, ਇੱਥੇ ਖਰਾਬੀ ਕਰਨ ਦੀ ਗੱਲ ਕਰਦਾ, ਗੋਲੀਆਂ ਚਲਾਉਣ ਦੀ ਗੱਲ ਕਰਦਾ, ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਮੀਡੀਆ ਦੇ ਸਾਹਮਣੇ ਉਹਨੇ ਕਬੂਲ ਵੀ ਕੀਤਾ। ਹਾਲਾਂਕਿ ਇੱਕ ਵੀਡੀਓ ਹੋਰ ਆ ਗਈ ਹੈ, ਜਦੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਗਿਆ, ਉਹ ਕਹਿੰਦਾ ਮੈਨੂੰ ਜ਼ਬਰਦਸਤੀ ਕੁੱਟ-ਕੁੱਟ ਕੇ ਮਨਾਇਆ ਪੁਲਿਸ ਵਾਲਿਆਂ ਨੇ, ਜਥੇਬੰਦੀਆਂ ਨੇ, ਕਿ ਤੂੰ ਇਦਾਂ ਕਹਿਣਾ ਆ। ਇਹ ਇਲਜ਼ਾਮ ਜਿਹੜੇ ਲਗਵਾਏ ਗਏ ਆ ਦਿੱਲੀ ਪੁਲਿਸ ਦੇ ਉੱਤੇ ਜਾਂ ਹੋਰਨਾਂ ਏਜੰਸੀਆਂ ਦੇ ਉੱਤੇ, ਉਹ ਜਥੇਬੰਦੀਆਂ ਦੇ ਦਬਾਅ ਤਹਿਤ ਲੱਗੇ ਆ। ਮੈਂ ਇਦਾਂ ਦਾ ਕੁਝ ਨਹੀਂ ਕਿਹਾ। ਉਹਦੇ ਬਾਰੇ ਕੀ ਕਹਿਣਾ? ਦੇਖੋ, ਸਾਡੇ ਵਲੰਟੀਅਰ ਸਾਡੇ ਆਗੂਆਂ ਦੀ ਅਗਵਾਈ ਹੇਠ ਰਾਤ ਨੂੰ ਬੜਾ ਚੌਕਸ ਪਹਿਰਾ ਦਿੰਦੇ ਆ, ਬੜੀ ਬਾਜ਼ ਅੱਖ ਦੇ ਨਾਲ। 100 ਦੀ ਗਿਣਤੀ ਸਾਡੇ ਵਲੰਟੀਅਰ ਬਾਕੀ ਟਾਕੀ ਲੈ ਕੇ, ਸਰਚ ਲਾਈਟਾਂ ਲੈ ਕੇ ਰੋਜ਼ ਪਹਿਰਾ ਦਿੰਦੇ ਆ। ਇਹ ਕੋਈ ਕੱਲ ਜਿਹੜਾ ਫੜਿਆ, ਪਰਸੋਂ ਕੱਲ ਫੜਿਆ, ਉਹ ਇਸ ਵੇਲੇ ਮਾਹੌਲ ਦੇ ਮੁਤਾਬਕ ਸੀਗਾ, ਜਦ ਕਿ ਪਹਿਲਾਂ ਵੀ ਰੋਜ਼ ਦੀ ਰੋਜ਼ ਅਸੀਂ 2-4 ਇਹੋ ਜਿਹੇ ਅਨਸਰ ਫੜਦੇ ਆ। ਇਹ ਅਨਸਰ ਨੇ ਜਿਸ ਵੇਲੇ ਫੜਿਆ ਸਾਰਾ ਕੁਝ ਉਸ ਵੇਲੇ ਵੀ ਦੱਸਿਆ, ਪ੍ਰੈਸ ਦੇ ਵਿੱਚ ਵੀ ਦੱਸਿਆ। ਜਿਹੜੀ ਗੱਲ ਪੁਲਿਸ ਕਹਿੰਦੀ ਹੈ ਵੀ ਸਾਡੇ ਕੋਲੋਂ ਦਬਾਅ ਨਾ ਕਹਾ ਲਿਆ, ਪੁਲਿਸ ਬਹੁਤ ਸਾਰੀਆਂ ਕਹਾਣੀਆਂ ਬਣਾ ਕੇ ਦੱਸਦੀ ਆ ਤੇ ਕੋਰਟਾਂ 'ਚ ਜਾ ਕੇ ਉਹ ਸਾਰੇ ਹੀ ਮੁਲਜ਼ਮ ਬਰੀ ਹੋ ਜਾਂਦੇ ਆ। ਉੱਥੇ ਜਾ ਕੇ ਪਤਾ ਲੱਗਦਾ ਵੀ ਦਬਾਅ ਪੁਲਿਸ ਦਾ ਸੀ ਜਾਂ ਦੋਸ਼ੀ ਦੇ ਉੱਤੇ ਕਿਹਦਾ ਦਬਾਅ ਸੀ। ਇਸੇ ਤਰ੍ਹਾਂ ਹੀ ਉਹ ਵੀ ਦਬਾਅ, ਇਹ ਜੇ ਕੋਰਟ ਹੋਵੇ ਤਾਂ ਉਹ ਦੱਸੇ ਵੀ ਦਬਾਅ ਜਥੇਬੰਦੀਆਂ ਨੇ ਪਾਇਆ ਜਾਂ ਪੁਲਿਸ ਨੇ ਪਾ ਕੇ ਉਸ ਕੋਲੋਂ ਹੁਣ ਦਬਾਅ ਥੱਲੇ ਬਿਆਨ ਦਵਾਇਆ। ਅੱਛਾ, ਇਸ ਟਰੈਕਟਰ ਮਾਰਚ ਬਾਰੇ ਮੈਂ ਇੱਕ ਸਵਾਲ ਪੁੱਛ ਲੈਣਾ। ਜਥੇਬੰਦੀ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ, ਜਿਹੜੇ ਮੋਹਰੀ ਹੁੰਦੇ ਆ, ਜਿਹੜੇ ਆਗੂ ਹੁੰਦੇ ਆ, ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੇ ਜਦੋਂ ਮੋਹਰੀਆਂ ਦੀ ਗੱਲ ਕਰ ਲਈਏ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਹੋਰੀ ਇਸ ਵੇਲੇ ਸਿੰਘੂ ਬਾਰਡਰ ਬੈਠੇ ਨੇ, ਜਨਰਲ ਸਕੱਤਰ ਸਤਨਾਮ ਸਿੰਘ ਸਾਨੂ ਹੋਰੀ ਉੱਥੇ ਬੈਠੇ ਨੇ। ਹੁਣ ਜਿਹੜੇ ਨੁਮਾਇੰਦੇ ਮੋਹਰੀ ਕਤਾਰ ਦੇ ਆਗੂ ਆ, ਉਹਨਾਂ ਦੇ ਵਿੱਚੋਂ ਇਸ ਸਮੇਂ ਤੁਸੀਂ ਇੱਥੇ ਮੌਜੂਦ ਹੋ। ਜਦੋਂ ਉਹ ਤੁਹਾਡੀ ਮੋਹਰੀਆਂ ਦੀ ਟੀਮ ਦੇ ਵਿੱਚੋਂ ਥੋੜੇ ਘੱਟ ਬੰਦੇ ਹੁੰਦੇ ਨੇ, ਤਾਂ ਫਿਰ ਏਡੇ ਵੱਡੇ ਪੱਧਰ ਤੇ ਲੋਕਾਂ ਨੂੰ ਲਿਜਾਣ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਆ। ਇਹ ਹੁਣ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਹੇ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਕੀ ਲੱਗਦਾ, ਔਖਾ ਕੰਮ ਲੱਗਦਾ ਜਾਂ ਲੋਕ ਹੀ ਇੰਨੇ ਅਨੁਸ਼ਾਸਿਤ ਤਰੀਕੇ ਨਾਲ ਜਾ ਰਹੇ ਨੇ ਕਿ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਲੱਗਦਾ ਉਹ ਤਾਂ ਆਪੇ ਹੀ ਨਿਭਾਈ ਜਾ ਰਹੇ ਨੇ ਲੋਕ ਆਪਣੇ ਆਪ? ਤੁਸੀਂ ਬਿਲਕੁਲ ਠੀਕ ਕਿਹਾ ਜੀ। ਇਸ ਵੇਲੇ ਜ਼ਿੰਮੇਵਾਰੀ ਜਿਹੜੀ ਹੈ ਉਹ ਇੱਕ ਪੂਰੇ ਮਾਣ ਵਾਲੀ ਹੈ, ਜ਼ਿੰਮੇਵਾਰੀ ਨਹੀਂ। ਜਿੰਨੇ ਵਲੰਟੀਅਰ ਆਪ ਸੁਹਿਰਦ ਹੋ ਕੇ ਕੰਮ ਕਰ ਰਹੇ ਆ, ਉਹ ਕੋਈ ਵੀ ਇਦਾਂ ਦਾ ਗਲਤ ਕੰਮ ਨਹੀਂ ਕਰ ਰਿਹਾ, ਅਨੁਸ਼ਾਸਨ 'ਚ ਚੱਲ ਰਹੇ ਆ। ਮੈਨੂੰ ਤਾਂ ਸਿਰਫ ਇਹ ਆ ਵੀ ਤੁਸੀਂ ਖੜੇ ਹੋ ਜਾਓ, ਤੁਸੀਂ ਸਿਰਫ ਆਰਡਰ ਕਰੋ, ਅਸੀਂ ਸਾਰਾ ਕੁਝ ਆਪਣੇ ਆਪ ਕਰ ਰਹੇ ਆ। ਹੁਣ ਵੀ ਉਹ ਗੱਡੀ ਤਿਆਰ ਕੀਤੀ ਹੋਈ ਆ ਵੀ ਉਹ ਅਗਵਾਈ ਕਰਨ ਲਈ ਗੱਡੀ ਤੁਹਾਨੂੰ ਦੇਣੀ ਆ। ਵਲੰਟੀਅਰ ਟੀਮਾਂ ਸਾਰੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ, ਜਥੇ ਨੂੰ ਕੰਟਰੋਲ ਕਰਨ ਲਈ ਸਾਰੇ ਵਲੰਟੀਅਰ ਨੇ ਡਿਊਟੀਆਂ ਆਪਣੇ ਆਪ ਸੰਭੀਆਂ ਹੋਈਆਂ। ਇਹ ਜਿਹੜੀ ਡਿਊਟੀ ਆ, ਅਸੀਂ ਇਹਨੂੰ ਬੋਝ ਨਹੀਂ ਸਮਝਦੇ, ਭਾਰੀ ਨਹੀਂ ਸਮਝਦੇ। ਇਹ ਇੱਕ ਸਾਰੇ ਦਾ ਸਾਰਾ ਇਸ ਅੰਦੋਲਨ ਦੇ ਵਿੱਚ ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਈ ਕਿਰਪਾ ਦੇ ਸਿੱਟੇ ਹੋ ਰਿਹਾ। ਕੋਈ ਆਪਣੇ ਆਪ ਨਹੀਂ ਹੋ ਰਹੀ, ਉਹ ਗੁਰੂ ਮਹਾਰਾਜ ਦੀ ਕਿਰਪਾ ਆ, ਉਹੀ ਕਰਵਾ ਰਹੇ ਆ। ਇਹ ਸਵੈ ਅਨੁਸ਼ਾਸਨ ਵਾਲੀ ਜਿਹੜੀ ਗੱਲ ਹੁੰਦੀ ਹੈ, ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ ਜ਼ਿੰਦਗੀ ਹੰਢਾਈ ਹੈ, ਤੁਹਾਡੇ ਕੋਲ ਤਜਰਬੇ ਨੇ, ਨੌਜਵਾਨ ਆਗੂ ਸਾਡੇ ਨਾਲ ਮੌਜੂਦ ਨੇ। ਨੌਜਵਾਨਾਂ ਦੇ ਉੱਤੇ ਆਮ ਤੌਰ ਤੇ ਇਹ ਕਹਿੰਦੇ ਕਿ ਜੋਸ਼ ਤੋਂ ਵੱਧ ਕੰਮ ਲੈਂਦੇ ਆ ਤੇ ਹੋਸ਼ ਥੋੜਾ ਜਿਹਾ ਘੱਟ ਇਸਤੇਮਾਲ ਕਰਦੇ ਆ। ਪਰ ਇਸ ਸਮੇਂ ਅੰਦੋਲਨ ਦੇ ਵਿੱਚ ਜਿਹੜਾ ਆ ਉਹ ਸਾਰੀਆਂ ਇਹ ਮਿੱਥਾਂ ਝੁਠਲਾ ਦਿੱਤੀਆਂ ਗਈਆਂ। ਨੌਜਵਾਨਾਂ ਨੇ ਜਿੰਨਾ ਹੋਸ਼ ਨਾਲ ਕੰਮ ਕੀਤਾ, ਜੋਸ਼ ਦੇ ਨਾਲ ਨਾ, ਮੇਰਾ ਖਿਆਲ ਹੈ ਕਿ ਇਦਾਂ ਦੀ ਉਦਾਹਰਣ ਪਹਿਲਾਂ ਕਦੀ ਦੇਖਣ ਨੂੰ ਮਿਲੀ ਨਹੀਂ ਹੈ। ਕੀ ਕਹਿਣਾ ਇਸ ਜੋਸ਼ ਤੇ ਹੋਸ਼ ਦੇ ਬਾਰੇ? ਆ ਹੁਣ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ, ਇਹਦੇ ਵਿੱਚ ਜੋਸ਼ ਤੇ ਹੋਸ਼ ਦੋਨੋਂ ਚੀਜ਼ਾਂ ਸਮਤੋਲ ਹੋ ਕੇ ਕਿੱਦਾਂ ਚੱਲਣਗੀਆਂ? ਦੇਖੋ ਜੀ, ਇਹ ਜਿਹੜਾ ਅੰਦੋਲਨ ਦਾ ਨਾ, ਇਹ ਸਾਡੇ ਬਜ਼ੁਰਗਾਂ ਦੀ ਦੇਣ ਵਾ ਜੀ। ਅਸੀਂ ਆਪਣੀਆਂ ਬਜ਼ੁਰਗਾਂ ਦੀਆਂ ਗੱਲਾਂ ਤੇ ਪਹਿਰਾ ਦਿੱਤਾ, ਕਿਉਂਕਿ ਇਹਦੇ ਵਿੱਚ ਕੋਈ ਪੋਲੀਟੀਕਲ ਬੰਦਾ ਨਹੀਂ। ਇਸ ਕਰਕੇ ਜਦੋਂ ਪੋਲੀਟੀਕਲ ਅੰਦੋਲਨ ਹੁੰਦੇ ਆ ਨਾ ਜੀ, ਉਹਨਾਂ ਵਿੱਚ ਨੌਜਵਾਨ ਹੋਸ਼, ਉਹ ਕਿਉਂਕਿ ਉਹਨਾਂ ਦਾ ਪੋਲੀਟੀਕਲ ਜਿਹੜੇ ਨਾ ਸਾਡੇ ਲੀਡਰ ਹੁੰਦੇ ਆ, ਉਹਨਾਂ ਦਾ ਮਗਰ ਹੱਥ ਹੁੰਦਾ ਹੈ ਕਿ ਕਰ ਦਿਓ ਜੋ ਵੀ ਕਰਨਾ, ਅਸੀਂ ਤੁਹਾਡੇ ਨਾਲ ਆ। ਪਰ ਇੱਥੇ ਸਾਡੇ ਬਜ਼ੁਰਗਾਂ ਨੇ ਇੱਕੋ ਹੀ ਸਾਨੂੰ ਗੱਲ ਕਹੀ ਆ ਕਿ ਇੱਥੇ ਪੰਜਾਬ ਦੀ ਹੋਂਦ ਦੀ ਗੱਲ ਵਾ, ਕਿ ਇਹ ਬਰਕਰਾਰ ਰੱਖਣੀ ਆ ਕਿ ਜੋ ਸਾਡੀਆਂ ਪਹਿਲਾਂ ਸਾਡੇ ਜੰਗਾਂ ਜਿੱਤੀਆਂ ਆ ਸਾਡੇ ਗੁਰੂਆਂ ਨੇ, ਅਸੀਂ ਉਸੇ ਹਿਸਾਬ ਨਾਲ ਇਹ ਜੰਗ ਲੜਨੀ ਆ ਤੇ ਇਹ ਜਿੱਤਣੀ ਵੀ ਆ। ਅੱਛਾ, ਇੱਕ ਚੀਜ਼ ਹੋਰ ਵੀ ਆ, ਜਦੋਂ ਨੌਜਵਾਨ ਇਦਾਂ ਦੇ ਸੰਘਰਸ਼ਾਂ ਦੇ ਵਿੱਚ ਮੌਜੂਦ ਹੁੰਦੇ, ਇੱਕ ਧੜਕੂ ਜਿਹਾ ਆਗੂਆਂ ਨੂੰ ਲੱਗਾ ਰਹਿੰਦਾ ਕਿ ਹਾਏ ਕਿਤੇ ਇਹ ਆਪੇ ਤੋਂ ਬਾਹਰ ਨਾ ਹੋ ਜਾਣ, ਕਿਉਂਕਿ ਏਡੀ ਵੱਡੀ ਤਾਦਾਦ ਦੇ ਵਿੱਚ ਜਦੋਂ ਨੌਜਵਾਨ ਹੋਣਗੇ, ਜੇ ਉਹ ਕਿਤੇ ਵੀ ਮਾੜਾ ਮੋਟਾ ਥਿੜਕਦੇ ਆ ਤੇ ਮੁੜ ਕੇ ਸਾਂਭਣਾ ਵੀ ਉਹਨਾਂ ਨੂੰ ਉਨਾ ਹੀ ਔਖਾ ਹੁੰਦਾ। ਆਪ ਜਿਹੜਾ ਆਪਣੇ ਆਪ ਅਨੁਸ਼ਾਸਨ ਰੱਖ ਰਿਹਾ ਨੌਜਵਾਨ, ਉਹਦੇ ਬਾਰੇ ਕੀ ਕਹਿਣਾ ਜਦੋਂ ਖੁਦ ਨੌਜਵਾਨ ਕਹਿੰਦੇ ਕਿ ਨਹੀਂ ਅਸੀਂ ਜੋਸ਼ ਤੇ ਹੋਸ਼ ਦੋਨੋਂ ਹੀ ਕਾਇਮ ਰੱਖਾਂਗੇ? ਦੇਖੋ ਜੀ, ਇਹ ਜਿਹੜੀ ਆਪਣੀ 23 ਤਰੀਕ ਦੀ ਕਾਲ ਵਾ ਕਿ 26 ਤੱਕ ਅਸੀਂ ਪਹੁੰਚਣਾ ਆ, ਇਹ ਸਾਡੇ ਜਿਹੜੇ ਜਥੇਬੰਦੀਆਂ ਦੇ ਮੇਨ ਆਗੂ ਆ,
ਇਹਨਾਂ ਨੇ ਸਾਡੇ ਨਾਲ ਪਿੰਡਾਂ ਜਾ ਕੇ ਮੀਟਿੰਗਾਂ ਕੀਤੀਆਂ ਕਿ ਕਿੱਦਾਂ ਡਿਸਪਲਿਨ ਬਰਕਰਾਰ ਰੱਖਣਾ ਆ। ਅਸੀਂ ਉਹ ਇਹਨਾਂ ਦੀਆਂ ਗੱਲਾਂ ਤੇ ਪਹਿਰਾ ਦਿੱਤਾ ਤੇ ਉਸੇ ਹਿਸਾਬ ਨਾਲ ਡਿਸਪਲਿਨ ਨੂੰ ਬਰਕਰਾਰ ਰੱਖਣਾ ਆ। ਤੇ ਸਾਡੇ ਜਿਹੜੇ ਜਿੰਨੇ ਵੀ ਸੰਯੁਕਤ ਮੋਰਚੇ ਦੇ ਉੱਥੇ ਆਗੂ ਬੈਠੇ ਆ ਉਹ ਬੇਧੜਕ ਵਾ, ਉਹਨਾਂ ਨੂੰ ਪਤਾ ਆ ਕਿ ਜਿਹੜੇ ਨੌਜਵਾਨ ਪੰਜਾਬ ਤੋਂ ਆਉਣੇ ਆ ਉਹ ਸਾਰੇ ਹੀ ਅਨੁਸ਼ਾਸਨ ਵਿੱਚ ਹੀ ਰਹੂਗੇ, ਕੋਈ ਭੜਕਾਊ ਬਿਆਨ ਨਹੀਂ ਹੋਊਗਾ ਤੇ ਕੋਈ ਵੀ ਭੜਕਾਊ ਭਾਸ਼ਣ ਨਹੀਂ ਦਿੱਤਾ ਜਾਊਗਾ ਤੇ ਇਸ ਅੰਦੋਲਨ ਨੂੰ ਅਨੁਸ਼ਾਸਨ ਦੇ ਅਧੀਨ ਹੀ ਚਲਾਇਆ ਜਾਊਗਾ ਜਿੱਦਾਂ ਪਹਿਲਾਂ 3 ਮਹੀਨਿਆਂ ਤੋਂ ਚੱਲਦਾ ਆ। ਇੱਕ ਚੀਜ਼ ਹੋਰ ਬੜੀ ਦਿਲਚਸਪ ਗੱਲ ਹੈ, ਇੱਕ ਮੈਂ ਜਾਣਨਾ ਚਾਹੁੰਦਾ ਹਾਂ ਕਿ ਜੋਸ਼ ਦੀ ਵੀ ਲੋੜ ਪੈਂਦੀ ਹੈ ਕਦੀ ਹੋਸ਼ ਦੇ ਨਾਲ ਉਹ ਜਦੋਂ ਸ਼ੰਭੂ ਬੈਰੀਅਰ ਟੱਪੇ ਸੀ ਉਦੋਂ ਜੋਸ਼ ਕੰਮ ਆਇਆ ਸੀਗਾ ਹੋਸ਼ ਦੇ ਨਾਲ ਤੇ ਹੁਣ ਦਿੱਲੀ ਵੀ ਇਦਾਂ ਦੀ ਤਿਆਰੀ ਕਰੀ ਬੈਠੀ ਹੈ ਕਿ ਜੋਸ਼ ਵੀ ਉੱਥੇ ਦਿਖਾਣਾ ਪੈਣਾ। ਜਦੋਂ ਜੀ ਜੋਸ਼ ਦੀ ਲੋੜ ਪਈ ਉਦੋਂ ਅਸੀਂ ਜੋਸ਼ ਵੀ ਦਿਖਾ ਦੇਣਾ ਆ। ਬਸ ਜਦੋਂ ਸਾਡੇ ਆਗੂਆਂ ਨੇ ਸਾਨੂੰ ਕਹਿ ਦੇਣਾ ਹੈ ਕਿ ਜੋਸ਼ ਦਿਖਾਓ ਅਸੀਂ ਜੋਸ਼ ਦਿਖਾਵਾਂਗੇ, ਜਦੋਂ ਹੱਲੇ ਉਹ ਕਹਿ ਰਹੇ ਆ ਕਿ ਹੋਸ਼ ਨਾਲ ਕੰਮ ਲੈਣਾ ਤਾਂ ਅਸੀਂ ਹੋਸ਼ ਨਾਲ ਕੰਮ ਕਰਾਂਗੇ ਜੀ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਸਾਨੂੰ ਸਰਕਾਰ ਰੋਕੂਗੀ ਤਾਂ ਅਸੀਂ ਜੇ ਤਾਂ ਸਾਨੂੰ ਰਿੰਗ ਰੋਡ ਦੇ ਦੇਊਗੇ ਫਿਰ ਤਾਂ ਅਸੀਂ ਕੋਈ ਹੋਸ਼ ਦੇ ਵਿੱਚ ਜਾ ਕੇ ਇੱਦਾਂ ਹੀ ਆਪਣਾ ਪਰੇਡ ਦੇ ਵਿੱਚ ਹਿੱਸਾ ਲੈ ਕੇ ਤਾਂ ਵਾਪਸ ਆ ਜਾਵਾਂਗੇ। ਜੇ ਸਾਡੇ ਨਾਲ ਹਿੰਸਾ ਕਰੂਗੀ ਤਾਂ ਉਹਦਾ ਜਵਾਬ ਅਸੀਂ ਜੋ ਪਿਛਲੀ ਵਾਰ ਤੁਹਾਨੂੰ ਪਤਾ ਹੀ ਆ ਕਿ 11ਵੇਂ ਮਹੀਨੇ 26 ਤਰੀਕ ਨੂੰ ਦਿੱਤਾ ਉਹਦੇ ਹਿਸਾਬ ਨਾਲ ਹੀ ਅਸੀਂ ਕਰਾਂਗੇ। ਉੱਥੇ ਵੀ ਹੋਸ਼ ਸੀਗਾ, ਹਿੰਸਾ ਤੁਹਾਡੇ ਵੱਲੋਂ ਨਹੀਂ ਕੀਤੀ ਗਈ, ਕਿਸਾਨ ਜਥੇਬੰਦੀਆਂ ਨੇ ਹਿੰਸਾ ਨਹੀਂ ਕੀਤੀ ਬਲਕਿ ਰੋਕਾਂ ਤੋੜ ਕੇ ਅੱਗੇ ਨਿਕਲੇ ਪਰ ਕਿਸੇ ਦੇ ਫੁੱਲ ਤੱਕ ਦੀ ਨਹੀਂ ਮਾਰੀ। ਆਪਣਾ ਨਾਮ ਦੱਸ ਦਿਓ ਤੇ ਇਸ ਸੰਘਰਸ਼ ਦੇ ਵਿੱਚ ਤੁਸੀਂ ਵੀ ਮੌਜੂਦ ਹੋ, ਜਾ ਰਹੇ ਹੋ ਦਿੱਲੀ ਨੂੰ ਤੇ ਕਿੱਦਾਂ ਦਾ ਮਨ ਦੇ ਵਿੱਚ ਖਿਆਲ ਆ ਰਿਹਾ? ਕਿਉਂਕਿ ਬਹੁਤੇ ਕਿਸਾਨਾਂ ਨਾਲ ਜਦੋਂ ਗੱਲ ਕਰਦੇ ਉਹ ਕਹਿੰਦੇ ਸਾਨੂੰ ਇੰਜ ਲੱਗਦਾ ਜਿਵੇਂ ਧਾਰਮਿਕ ਯਾਤਰਾ ਤੇ ਜਾ ਰਹੇ ਹੋ, ਸਿੰਘੂ ਬਾਰਡਰ ਤੇ ਜਾਣਾ ਸਾਡੇ ਲਈ ਕੋਈ ਧਾਰਮਿਕ ਯਾਤਰਾ ਕਰਕੇ ਆਪਣਾ ਜੀਵਨ ਸਫਲਾ ਕਰਨ ਵਾਲੀ ਗੱਲ ਹੋਈ ਹੈ ਸਾਡੇ ਲਈ। ਮੈਂ ਹਰਦੀਪ ਸਿੰਘ, ਜਾਣੀ ਕਿ ਸਾਨੂੰ ਤਾਂ ਇੰਨਾ ਉਤਸ਼ਾਹ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਇਹ ਇੱਕ ਸਾਨੂੰ ਮੌਕਾ ਮਿਲਿਆ ਵੀ ਇਸ ਕੰਮ ਦੇ ਵਿੱਚ ਜਿਹੜਾ ਇਸ ਯੋਗਦਾਨ ਪਾਉਣ ਦਾ, ਕਿਉਂਕਿ ਜਿਹੜਾ ਜਾਣੀ ਕਿ ਦੇਖੋ ਵੀ ਕੋਈ ਵੀ ਕਿਸੇ ਪਾਰਟੀ ਦਾ ਕੋਈ ਨਹੀਂ ਹੈਗਾ ਇਹਦੇ ਵਿੱਚ ਕੋਈ ਰੋਲ। ਅਸੀਂ ਸਾਰੇ ਜਾਣੀ ਕਿ ਕਿਸਾਨੀ ਦੇ ਹੀ ਰੂਪ ਦੇ ਵਿੱਚ ਸਾਰੇ ਦਿੱਲੀ ਨੂੰ ਜਾ ਰਹੇ ਆ, ਠੀਕ ਨੇ। ਸਭ ਤੋਂ ਵੱਧ ਇਹ ਆ ਵੀ ਜਾਣੀ ਕਿ ਸਾਡਾ ਜਿਹੜਾ ਸੰਘਰਸ਼ ਆ ਜਾਣੀ ਕਿ ਵੀ ਇਹ ਉਦੋਂ ਤੱਕ ਖਤਮ ਨਹੀਂ ਹੁੰਦਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਜਦ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਦ ਤੱਕ ਸੰਘਰਸ਼ ਜਿਹੜਾ ਉਹ ਖਤਮ ਨਹੀਂ ਹੋਏਗਾ। ਇਹ ਕਿਸਾਨ ਆਗੂਆਂ ਦਾ ਕਹਿਣਾ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਬਹੁਤ ਸਾਰੇ ਨੁਮਾਇੰਦੇ ਜਿਹੜੇ ਔਰ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਟਰੈਕਟਰ ਟਰਾਲੀਆਂ ਦੇ ਵਿੱਚ ਸਵਾਰ ਹੋ ਕੇ 26 ਜਨਵਰੀ ਗਣਤੰਤਰ ਦਿਵਸ ਦੀ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਉਹ ਜਾ ਰਹੇ ਆ। ਅਸੀਂ ਗੱਲਬਾਤ ਬਕਾਇਦਾ ਹੋਰਨਾਂ ਲੋਕਾਂ ਦੇ ਨਾਲ ਵੀ ਕਰਾਂਗੇ ਔਰ ਇਹ ਪਰੇਡ ਕਿਸ ਤਰੀਕੇ ਨਾਲ ਦਿੱਲੀ ਵੱਲ ਨੂੰ ਰਵਾਨਾ ਹੋ ਰਹੀ ਹੈ ਉਹਦੀਆਂ ਤਸਵੀਰਾਂ ਟੀਵੀ ਪੰਜਾਬ ਦੇ ਜ਼ਰੀਏ ਤੁਹਾਨੂੰ ਲਗਾਤਾਰ ਦਿਖਾਉਂਦੇ ਰਵਾਂਗੇ। ਸੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕੁਝ ਹੋਰ ਨੁਮਾਇੰਦੇ ਆ, ਨਾਮ ਦੱਸ ਦਿਓ। ਔਰ ਨਾਲ ਦੀ ਨਾਲ ਇੱਕ ਵੱਡੀ ਗੱਲ ਹੈ ਕਿ ਜਥਾ ਹੁਣ ਬਸ ਚਾਲੇ ਪਾਉਣ ਵਾਲਾ ਹੀ ਆ, ਰਵਾਨਾ ਹੋ ਰਹੇ ਆ ਦਿੱਲੀ ਨੂੰ। ਕਿੱਦਾਂ ਦਾ ਅਹਿਸਾਸ ਹੋ ਰਿਹਾ ਜਦੋਂ ਐਡਾ ਵੱਡਾ ਕਾਫਲਾ ਜਿਹੜਾ ਉਹ ਟਰੈਕਟਰਾਂ ਟਰਾਲੀਆਂ ਦਾ ਆਪਣੇ ਨਾਲ ਉਹ ਦਿੱਲੀ ਦੇ ਵਿੱਚ ਸੰਘਰਸ਼ ਦੇ ਲਈ ਤੁਰਦਾ, ਉਸ ਕਿਸਾਨ ਪਰੇਡ ਲਈ ਤੁਰਦਾ ਜਿਹੜਾ ਉਹ ਦੇਖ ਰਹੇ ਹੋ? ਮੇਰਾ ਨਾਮ ਗੁਰਪਾਲ ਸਿੰਘ ਪਾਲਾ ਮੌਲੀ, ਯੂਨੀਅਨ ਦੁਆਬਾ ਇੰਚਾਰਜ ਆਈਟੀ ਵਿੰਗ। ਵੀਰ ਜੀ ਇੱਕ ਸਾਰੇ ਹੀ ਦਰਸ਼ਕ ਵੀਰਾਂ ਨੂੰ ਇੱਕ ਬੇਨਤੀ ਕਰਦੀ ਏ, ਤੁਸੀਂ ਜੇ ਅੱਜ ਦੇ ਇਸ ਨਜ਼ਾਰੇ ਨੂੰ ਦੇਖੋਗੇ ਤੇ ਤੁਹਾਨੂੰ ਮੰਨ ਲੈਣਾ ਚਾਹੀਦਾ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਰੇਡ ਅੱਜ ਹੋ ਰਹੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਬਾਰਡਰ ਜਿਹੜਾ ਕੁੰਡਲੀ ਹੈ ਉਹਦੇ ਤੱਕ ਤਕਰੀਬਨ 500 ਕਿਲੋਮੀਟਰ ਦਾ ਵਕਵਾ ਬਣਦਾ ਤੇ ਦੁਨੀਆ ਦੀ ਸਭ ਤੋਂ ਵੱਡੀ ਪਰੇਡ ਅੱਜ ਹੋ ਰਹੀ ਹੈ। ਮੇਰੇ ਹਿਸਾਬ ਨਾਲ ਇਸ ਰੋਡ ਤੋਂ 2 ਲੱਖ ਦੇ ਕਰੀਬ ਜਿਹੜਾ ਟਰੈਕਟਰ ਤੇ ਟਰਾਲੀਆਂ ਲੰਘੇਗਾ ਜੀ। 2 ਲੱਖ ਟਰੈਕਟਰ ਟਰਾਲੀਆਂ ਜਿਹੜੀਆਂ ਲੰਘਣਗੀਆਂ ਔਰ 2 ਲੱਖ ਟਰੈਕਟਰ ਟਰਾਲੀਆਂ ਜਦੋਂ ਇੱਥੋਂ ਜਾਣਗੀਆਂ ਪੰਜਾਬ ਤੋਂ ਤੇ ਕੁਝ ਹਰਿਆਣੇ ਤੋਂ ਵੀ ਆਉਣਗੀਆਂ ਤੇ ਫਿਰ ਤੇ ਕੁੱਲ ਮਿਲਾ ਕੇ ਕਹਿ ਸਕਦੇ ਜਿੰਨੀ ਤਾਦਾਦ ਉੱਥੇ ਉਹ ਜਿਹੜਾ ਆਊਟਰ ਰਿੰਗ ਰੋਡ ਹੈ, ਜਿਹੜਾ ਆਊਟਰ ਰਿੰਗ ਰੋਡ ਜਿੱਥੇ ਪਰੇਡ ਨਿਕਲਣੀ ਆ ਉਹ 47 ਕਿਲੋਮੀਟਰ ਦਾ ਵਕਫਾ ਤਾਂ ਟਰੈਕਟਰ ਖੜੇ ਕਰਕੇ ਪੂਰਾ ਹੋ ਜਾਣਾ। ਫਿਰ ਬਿਲਕੁਲ ਜੇ ਅਸੀਂ ਇੱਕ ਸਿੰਗਲ ਚੈਨ ਬਣਾ ਦਈਏ ਟਰੈਕਟਰਾਂ ਦੀ ਤੇ ਪਾਕਿਸਤਾਨ ਜਾ ਕੇ ਵੜ ਜਾਣੀ ਆ ਚੈਨ। ਇੰਨਾ ਟਰੈਕਟਰ ਜਿਹੜਾ ਲੋਕਾਂ ਨੇ ਘਰਾਂ ਚੋਂ ਕੱਢ ਲਿਆ। ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਹਜੇ ਵੀ ਸੁਧਰ ਜਾਣ ਮੋਦੀ ਦੇ ਜਿਹੜੇ ਹਜੇ ਉਹਨੂੰ ਇਸ਼ਾਰਾ ਕਰਦੇ ਆ ਵੀ ਟਿਕੇ ਰਹੋ। ਇਹ ਬਿੱਲ ਰੱਦ ਕਰਨੇ ਪੈਣੇ ਆ, ਇਦੋਂ ਘੱਟ ਸੂਤ ਨਹੀਂ ਆਉਣਾ। ਤੁਸੀਂ ਕਹਿੰਦੇ ਪਾਕਿਸਤਾਨ ਤੱਕ ਪਹੁੰਚ ਜਾਣਾ। ਪਾਕਿਸਤਾਨ ਦਾ ਜ਼ਿਕਰ ਤਾਂ ਮੋਦੀ ਸਰਕਾਰ ਦੇ ਕਈ ਮੰਤਰੀ ਕਰ ਗਏ ਕਿ ਇੱਕ ਤਰੀਕੇ ਨਾਲ ਪਾਕਿਸਤਾਨ ਵੱਲੋਂ ਫੰਡਿੰਗ ਹੁੰਦੀ ਹੈ ਤੇ ਜਿੰਨੀਆਂ ਕੰਡਿਆਲੀਆਂ ਤਾਰਾਂ ਦਿੱਲੀ ਦੀ ਸਰਹੱਦ ਤੇ ਲਾ ਦੀਆਂ, ਸੱਚੀ ਕਿਸੇ ਨਾ ਕਿਸੇ ਪਾਸੇ ਤਾਂ ਪਾਕਿਸਤਾਨ ਹੈ। ਇਹ ਗੱਲ ਗਲਤ ਹੈ। ਪਾਕਿਸਤਾਨ ਤੇ ਚਾਈਨਾ ਜਾਂ ਹੋਰ ਲੱਗਦੇ ਨਾਲ ਮੁਲਕ ਉਹਨਾਂ ਨੂੰ ਅਸੀਂ ਫੰਡਿੰਗ ਕਰ ਤਾਂ ਸਕਦੇ ਹਾਂ ਕਿਉਂਕਿ ਜਿਹੜੀ ਇੱਕ ਸਾਡੀ ਸਰਕਾਰ ਬਣ ਚੁੱਕੀ ਹੈ, ਪੰਜਾਬ ਦੀ ਇੱਕ ਵੱਖਰੀ ਸਰਕਾਰ ਆ। ਦੇਖੋ 50 ਲੱਖ ਜਿਹੜਾ ਸਾਡਾ ਭੈਣ ਭਰਾ ਬਾਹਰ ਬੈਠਾ ਹੈ ਤੇ ਇਹ ਜਿਹੜੀ ਫੰਡਿੰਗ ਨੂੰ ਕ੍ਰੀਏਟ ਕਰਨ ਵਾਸਤੇ ਸਾਡਾ 150 ਸਾਲ ਲੱਗ ਗਿਆ। 1850 ਤੋਂ ਪਲਾਨ ਕਰਨੇ ਸ਼ੁਰੂ ਹੋਏ ਸੀ ਪੰਜਾਬ ਦੇ ਪੰਜਾਬੀ ਤੇ ਅੱਜ 2021 ਚੱਲ ਪਿਆ। 170 ਸਾਲ ਦਾ ਜਿਹੜਾ ਬਕਵਾ ਆ ਇਹ ਫੰਡਿੰਗ ਇਕੱਠੀ ਕਰਨ ਨੂੰ ਲੱਗ ਗਿਆ। ਇਹ ਭਾਰਤ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ।
ਭਾਰਤ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਜਿਹੜਾ ਉਹ ਇਹ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਆ ਉਹ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਰਹੇ ਆ ਕਿ ਸਾਡੇ ਵਿੱਚ ਜੋਸ਼ ਵੀ ਆ, ਹੋਸ਼ ਵੀ ਆ ਔਰ ਫੰਡਿੰਗ ਪਾਕਿਸਤਾਨ ਜਾਂ ਚੀਨ ਤੋਂ ਨਹੀਂ ਹੋ ਰਹੀ ਬਲਕਿ ਬਾਬੇ ਨਾਨਕ ਦੀ ਫੰਡਿੰਗ ਹੈ। ਇਹ ਬਕਾਇਦਾ ਕਿਸਾਨ ਆਗੂਆਂ ਵੱਲੋਂ ਕਈ ਵਾਰੀ ਕਿਹਾ ਗਿਆ ਔਰ ਇਸੇ ਫੰਡਿੰਗ ਬਾਬੇ ਨਾਨਕ ਦੇ ਆਸ਼ੀਰਵਾਦ ਦੇ ਨਾਲ ਹੀ ਇਹ ਜਿਹੜਾ ਅੰਦੋਲਨ ਹੈ ਉਹ ਲੜਿਆ ਜਾ ਰਿਹਾ। ਲਗਾਤਾਰ ਲੰਗਰ ਵੀ ਚੱਲ ਰਹੇ ਨੇ ਔਰ ਟਰੈਕਟਰ ਟਰਾਲੀਆਂ ਵੱਡੇ ਕਾਫਲੇ ਜਿਹੜੇ ਇਸ ਵੇਲੇ ਦਿੱਲੀ ਵੱਲ ਕੂਚ ਕਰ ਰਹੇ ਆ ਔਰ 26 ਜਨਵਰੀ ਨੂੰ ਕਿਸਾਨ ਪਰੇਡ ਦੇ ਵਿੱਚ ਇਹ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਦੌੜਦੇ ਨਜ਼ਰ ਆਉਣਗੇ। ਸੋ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵੀ ਨੁਮਾਇੰਦੇ ਜਿਹੜੇ ਆ ਉਹਦੇ ਵੱਲੋਂ ਵੀ ਬਕਾਇਦਾ ਇਸ ਟਰੈਕਟਰ ਟਰਾਲੀ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਆ। ਜਥੇਦਾਰ ਕਸ਼ਮੀਰ ਸਿੰਘ ਹੋਰੀ ਸਾਡੇ ਨਾਲ ਮੌਜੂਦ ਨੇ। ਜਥੇਦਾਰ ਸਾਹਿਬ, ਸਰਕਾਰ ਥੋੜੀ ਜਿਹੀ ਸਖਤ ਨਜ਼ਰ ਆਈ ਹੈ ਪਿਛਲੀ ਮੀਟਿੰਗ ਦੇ ਵਿੱਚ। ਉਹ ਕਹਿੰਦੇ ਆਹੀ ਕਹਿਣਾ ਸੀ, ਅਸੀਂ ਆਹੀ ਮਨਾਉਣਾ ਸੀਗਾ, ਜੇ ਮੰਨ ਗਏ ਤਾਂ ਠੀਕ ਹੈ, ਨਹੀਂ ਤਾਂ ਦੱਸ ਦਿਓ ਆਪਣੀ ਮਰਜ਼ੀ ਕੀ ਹੈਗੀ ਹੈ। ਦੇਖੋ ਜਦੋਂ ਵਪਾਰੀ ਪਸ਼ੂ ਵੇਚਦਾ ਨਾ ਤੇ ਉਹ ਬਹੁਤ ਕਹਿਰ ਕਰਦਾ ਆ ਤੇ ਲੈਣ ਵਾਲੇ ਨੇ ਵੀ ਕਹਿਣਾ ਆਉਂਦਾ ਵੀ ਜੇ ਮੈਨੂੰ ਸਸਤਾ ਮਿਲ ਜਵੇ ਤਾਂ। ਦੇਖੋ ਇਹ ਕਾਨੂੰਨ ਹੋਣੇ ਆ ਰੱਦ। ਅੱਜ ਕਰ ਲਵੇ ਮੋਦੀ, ਕੱਲ੍ਹ ਕਰ ਜਵੇ, ਮੈਚ ਜਿੱਤਣਾ ਪੰਜਾਬੀਆਂ ਨੇ, ਕਿਉਂਕਿ ਆਪਣਾ ਇਤਿਹਾਸ ਆ, ਆਪਾਂ ਕਦੀ ਹਾਰੇ ਨਹੀਂ ਗੇ। ਆਪਾਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਨੂੰ ਤਾਜ਼ਾ ਰੱਖਣ ਦੇ ਲਈ ਅੱਜ ਵੀ ਇਹ ਇਤਿਹਾਸ ਦਰਾਵਾਂਗੇ। ਬੱਚਾ ਬੱਚਾ ਝੋਕ ਦਿਆਂਗੇ, ਪਿੱਛੇ ਨਹੀਂ ਮੁੜਾਂਗੇ। ਜਾਂ ਜਿੱਤਾਂਗੇ ਜਾਂ ਮਰਾਂਗੇ, ਪਿੱਛੇ ਨਹੀਂ ਮੁੜਾਂਗੇ। ਇਹ ਮੋਦੀ ਸਰਕਾਰ ਦਾ ਭੁਲੇਖਾ ਕੱਢ ਕੇ ਪੰਜਾਬੀ ਆਉਣਗੇ। ਪਰ ਮੈਂ ਤੁਹਾਡੇ ਚੈਨਲ ਦੀ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੇ ਨੌਜਵਾਨਾਂ ਨੂੰ, ਜੇ ਸ਼ਾਂਤੀ ਰੱਖਾਂਗੇ ਤੇ ਆਪਾਂ ਜਿੱਤਾਂਗੇ, ਜੇ ਹੁੱਲੜਬਾਜੀ ਕਰਾਂਗੇ ਫਿਰ ਸਰਕਾਰ ਜਿੱਤੂਗੀ। ਆਪਾਂ ਨੂੰ ਕਿਸੇ ਤਰ੍ਹਾਂ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ। ਆਪਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਜਿਵੇਂ ਸਾਡੀਆਂ ਜਥੇਬੰਦੀਆਂ ਸਾਨੂੰ ਉਦੇਸ਼ ਦਿੰਦੀਆਂ ਉਹਦੇ ਮੁਤਾਬਕ ਚੱਲਣਾ ਚਾਹੀਦਾ। ਉਹਦੇ ਮੁਤਾਬਕ ਸਾਰੇ ਫੈਸਲੇ ਲੈ ਕੇ ਉਹਦੇ ਮੁਤਾਬਕ ਹੀ ਆਪਾਂ ਨੂੰ ਅੱਗੇ ਵਧਣਾ ਚਾਹੀਦਾ। ਆਪਾਂ ਨੂੰ ਆਪਣੇ ਤੌਰ ਤੇ ਕੋਈ ਵੀ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ, ਤੁਸੀਂ ਤਕੜੇ ਹੋ ਕੇ ਸਾਡਾ ਇਹਦਾ ਸਾਥ ਦਿੰਦੇ ਰਹੋ। ਲੜਾਈ ਜਿੱਤ ਕੇ ਮੁੜਾਂਗੇ। ਕਦੀ ਵੀ ਲੜਾਈ ਹਾਰੇ ਨਹੀਂ ਪੰਜਾਬੀ, ਨਾ ਇਹ ਲੜਾਈ ਹਾਰਾਂਗੇ। ਮੋਦੀ ਸਰਕਾਰ ਦੀਆਂ ਗੋਲੀਆਂ ਲਾ ਦੇਣਗੇ ਥੋੜੇ ਦਿਨਾਂ 'ਚ ਕਿਸਾਨ। ਦੇਖਿਆ ਤੁਸੀਂ ਦਿੱਲੀ ਦੇ ਵਿੱਚ ਪੈਰ ਰੱਖਣ ਨੂੰ ਸਹਿ ਨਹੀਂ ਮਿਲਣਾ। ਕਿੱਡੀ ਵੱਡੀ ਤਾਦਾਦ ਵਿੱਚ, ਮੈਂ ਰਾਤ ਦੀ 7 ਵਜੇ ਆਇਆ ਉੱਥੋਂ, ਐਡੀ ਵੱਡੀ ਤਾਦਾਦ ਵਿੱਚ ਟਰੈਕਟਰ ਜਾ ਰਹੇ ਨੇ। ਅੱਜ ਆ ਦੇਖੋ ਕਿੱਦਾਂ ਕਾਫਲੇ ਜਾ ਰਹੇ ਨੇ, ਕੱਲ੍ਹ ਨੂੰ ਵੀ ਜਾਣੇ ਆ। ਮੋਦੀ ਸਰਕਾਰ ਦਾ ਭੁਲੇਖਾ ਪੰਜਾਬੀ ਕੱਢ ਦੇਣਗੇ। ਅੱਛਾ, ਤੁਸੀਂ ਆਪ ਹੀ ਜ਼ਿਕਰ ਕਰ ਦਿੱਤਾ ਕਿ ਸ਼ਾਂਤੀ ਬਰਕਰਾਰ ਰੱਖਣੀ ਔਰ ਟੀਵੀ ਪੰਜਾਬ ਦੇ ਜ਼ਰੀਏ ਵੀ ਅਸੀਂ ਅਕਸਰ ਅਪੀਲ ਕਰਦੇ ਰਹਿੰਦੇ ਹਾਂ ਕਿ ਸ਼ਾਂਤੀ ਜਿੰਨੀ ਬਹਾਲ ਹੋਏਗੀ, ਅਮਨੋ ਕਾਨੂੰਨ ਦੀ ਸਥਿਤੀ ਜਿੰਨੀ ਬਿਹਤਰ ਰਹੇਗੀ, ਓਨਾ ਹੀ ਇਸ ਮੁਲਕ ਲਈ ਵੀ ਬਿਹਤਰ ਆ। ਪਰ ਜਦੋਂ ਸ਼ਾਂਤੀ ਦੀ ਗੱਲ ਕਰਦੇ ਆ ਨਾ, ਤੇ ਜਿਹੜੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਦਿੱਲੀ ਪੁਲਿਸ ਦੇ ਵੱਲੋਂ, ਪਤਾ ਲੱਗਾ ਕਿ ਕੰਡਿਆਲੀ ਤਾਰ ਵੀ ਹੋਰ ਵਿਛਾ ਦਿੱਤੀ ਗਈ ਆ, ਰੈਪਿਡ ਐਕਸ਼ਨ ਫੋਰਸ ਲਾ ਦਿੱਤੀ ਗਈ ਆ। ਉਹ ਜਿਹੜੀਆਂ ਤਿਆਰੀਆਂ, ਜੇ ਨਹੀਂ ਸਰਕਾਰ ਇਜਾਜ਼ਤ ਦਿੰਦੀ, ਦਿੱਲੀ ਪੁਲਿਸ ਨਹੀਂ ਵੜਨ ਦਿੰਦੀ ਦਿੱਲੀ ਦੇ ਵਿੱਚ, ਤਾਂ ਕੀ ਤਾਂ ਵੀ ਸ਼ਾਂਤੀ ਦੇ ਨਾਲ ਹੀ ਦਾਖਲ ਹੋਇਆ ਜਾਏਗਾ ਜਾਂ ਸ਼ਾਂਤੀ ਦੇ ਨਾਲ ਨਾਲ ਥੋੜਾ ਜਿਹਾ ਦਾਬਾ ਲਾਉਣ ਦੀ, ਥੋੜਾ ਧੱਕਾ ਲਾਉਣ ਦੀ ਵੀ ਕੋਸ਼ਿਸ਼ ਹੋਏਗੀ? ਜਿੱਦਾਂ ਸਿੰਘੂ ਬਾਰਡਰ ਸੀਗਾ ਜਾਂ ਹੋਰ ਆਪਾਂ ਬਾਰਡਰ ਪਿੱਛੇ ਜਦੋਂ 26 ਤਰੀਕ ਨੂੰ ਗਏ ਆ ਦਿੱਲੀ 'ਚ ਐਂਟਰੀ ਕੀਤੀ ਆਪਾਂ, ਉਸੇ ਤਰ੍ਹਾਂ ਹੀ ਜਿੱਦਾਂ ਸ਼ਾਂਤੀਪੂਰਵਕ ਤਰੀਕੇ ਨਾਲ ਰੋਕਾਂ ਤੋੜਦੀਆਂ ਇਦਾਂ ਹੀ ਰੋਕ ਦਿਆਂਗੇ। ਕਿਉਂਕਿ ਪ੍ਰਸ਼ਾਸਨ ਆਪ ਚਾਹੁੰਦਾ ਆ ਬਈ ਇਹਨਾਂ ਦੇ ਨਾਲ ਧੱਕਾ ਹੋ ਰਿਹਾ। ਸਿਰਫ ਸਰਕਾਰ ਦੀ ਮਜਬੂਰੀ, ਸਰਕਾਰ ਦੇ ਨਾਲ ਉਹ ਮਜਬੂਰਨ ਖੜੇ ਆ, ਲੇਕਿਨ ਉਹ ਸਾਡਾ ਸਾਰ ਪ੍ਰਚਾਰ ਪੂਰਾ ਦੇ ਰਿਹਾ। ਅੱਜ ਮੈਂ ਕਹੂੰਗਾ ਪ੍ਰਸ਼ਾਸਨ ਨੂੰ ਬਈ ਦੇਖੋ, ਅਸੀਂ ਖੂਨ ਕਿਸੇ ਤਰ੍ਹਾਂ ਦੀ ਇਦਾਂ ਦੀ ਹੁੱਲੜਬਾਜੀ ਨਾ ਕਰੋ ਜਿਹਦਾ ਨੁਕਸਾਨ ਹੋਵੇ, ਕਿਸੇ ਦਾ ਜਾਨੀ ਨੁਕਸਾਨ ਹੋਵੇ। ਕਿੰਨੇ ਕਿਸਾਨ ਸੰਘਰਸ਼ ਵਿੱਚ ਮਰ ਗਏ ਨੇ। ਤੁਸੀਂ ਸਾਡਾ ਸਾਥ ਦਿਓ, ਤਕੜੇ ਹੋ ਕੇ। ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸੀ, ਕਿਹੜਾ ਕੋਈ ਵੱਧ ਮੰਗ ਰਹੇ ਆ। ਆਹ ਤਾਂ ਲੜਾਈਆਂ ਸਾਡੀਆਂ ਹੋਰ ਬੜੀਆਂ ਕਰਨ ਵਾਲੀਆਂ ਸੀਗੀਆਂ। ਜਿਹੜਾ ਸਾਡਾ ਮੁਲਕ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਸੀਗਾ, ਲੋਕਡਾਊਨ ਵਿੱਚ ਲੋਕ ਮਰ ਗਏ, ਕਿਸੇ ਨੇ ਸਰਕਾਰ ਨੇ ਸਾਥ ਨਹੀਂ ਦਿੱਤਾ। ਆਪਣੇ ਖਰਚੇ ਦੇ ਪ੍ਰਵਾਸੀ ਮਜ਼ਦੂਰਾਂ ਲੈ ਕੇ ਝੋਨਾ ਲਵਾਇਆ। ਪਰ ਅੱਜ ਇਹ ਸਰਕਾਰ ਫੇਰ ਸਾਡਾ ਆ ਨਵੇਂ ਕਾਨੂੰਨ ਲੋਕਡਾਊਨ ਵਿੱਚ ਸਾਡੇ ਖਿਲਾਫ ਜਾਰੀ ਕਰਕੇ ਉਹ ਪਿਛਲੀਆਂ ਗੱਲਾਂ ਦੀ ਮਿੱਟੀ ਫੇਰਨਾ ਚਾਹੁੰਦੀ ਸੀ। ਕਿੱਥੇ ਗਏ 15 ਲੱਖ ਮੋਦੀ ਦੇ, ਕਿੱਥੇ ਗਏ ਕਾਲੇ ਧਨ? ਸਿਰਫ ਉਹ 'ਤੇ ਪੋਚਾ ਫੇਰ ਕੇ ਅੱਜ EVM ਦੀ ਸਰਕਾਰ ਸਾਨੂੰ ਇਹ ਗੱਲ ਦਬਾ ਕੇ ਕਰਨਾ ਚਾਹੁੰਦੀ ਸੀ। ਪਰ ਨਹੀਂ, ਉਹ ਰੋਕਾਂ ਰੁਕਾਂ ਤੋੜ ਦੇਣੀਆਂ। ਰੋਕਾਂ ਕਿਤੇ ਪੰਜਾਬੀਆਂ ਕੇ ਰਹਿਣੀਆਂ, ਰੋਕਾਂ ਮੋਹਰੇ ਤੌਰ ਪਈਆਂ ਜਦੋਂ ਪੰਜਾਬੀ ਜਾ ਇਕੱਠੇ ਹੋ ਕੇ ਜਾਂਦੇ ਆ। ਪਰ ਫਿਰ ਵੀ ਸ਼ਾਂਤੀ ਜਿਹੜੀ ਹੁੰਦੀ ਆ, ਸ਼ਾਂਤੀ ਦੇ ਵਿੱਚ ਵੀ ਰੋਕ, ਕਿਉਂਕਿ ਪਿਆਰ ਨਾਲ ਵੀ ਕਿਸੇ ਨੂੰ ਪਿੱਛੇ ਕੀਤਾ ਜਾ ਸਕਦਾ। ਹੁੱਲੜਬਾਜੀ ਨੌਜਵਾਨੋ ਨਾ ਕਰਿਓ। ਮੈਨੂੰ ਨਾ ਜਦੋਂ ਤੁਸੀਂ ਰੋਕਾ ਤੁਸੀਂ ਕਿਹਾ ਪੰਜਾਬੀਆਂ ਲਈ, ਮੈਨੂੰ ਉਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਉਹ ਅਟਕ ਦਰਿਆ ਵਾਲੀ ਘਟਨਾ ਯਾਦ ਆ ਗਈ। ਉਹ ਕਹਿੰਦੇ ਅਟਕ ਵੀ ਉਹਨਾਂ ਦੇ ਰਾਹ 'ਚ ਅਟਕਾ ਪਾਉਂਦਾ ਜਿਹੜੇ ਖੁਦ ਅਟਕਦੇ ਨੇ, ਤੇ ਜਦੋਂ ਲੰਘੋਗੇ ਤੇ ਅਟਕ ਜਾਏਗਾ ਦਰਿਆ, ਸਾਨੂੰ ਲਾਂਘਾ ਦੇ ਦੇਗਾ। ਅੱਛਾ, ਇੱਕ ਚੀਜ਼ ਜ਼ਰੂਰ ਹੈ, ਜਥੇਦਾਰ ਕਸ਼ਮੀਰ ਸਿੰਘ ਜਦੋਂ ਸਿਆਸੀ ਧਿਰਾਂ ਦੇ ਉੱਤੇ ਟਿੱਪਣੀ ਕਰਦਾ ਨਾ ਤਾਂ ਬੜੀ ਠੋਕ ਵਜਾ ਕੇ ਕਰਦਾ। ਸੰਸਦ ਦਾ ਬਜਟ ਰੁੱਤ ਦਾ ਇਜਲਾਸ ਸ਼ੁਰੂ ਹੋ ਰਿਹਾ ਇਸ ਵੇਲੇ, ਬਜਟ ਇਜਲਾਸ ਸ਼ੁਰੂ ਹੋ ਰਿਹਾ 29 ਜਨਵਰੀ ਤੋਂ, ਔਰ ਬਹੁਤ ਸਾਰੇ ਆਗੂ, ਗੁਰਨਾਮ ਸਿੰਘ ਚੜੂਨੀ ਨੇ ਵੀ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਜਿਹੜੀਆਂ ਵਿਰੋਧੀ ਧਿਰਾਂ ਠੋਕ ਵਜਾ ਕੇ ਸੰਸਦ ਦੇ ਅੰਦਰ ਸਾਡੀ ਗੱਲ ਰੱਖੋ। ਸਾਡੇ ਹਿੱਤਾਂ ਦੀ ਲੜਾਈ ਤੁਸੀਂ ਸੰਸਦ ਦੇ ਅੰਦਰ ਲੜੋ, ਕਿਉਂਕਿ ਤੁਹਾਨੂੰ ਉੱਥੇ ਜਾਣ ਦੀ ਇਜਾਜ਼ਤ ਹੈ, ਜੇ ਤੁਹਾਨੂੰ ਇੱਥੇ ਨਹੀਂ ਆਉਣ ਦੀ ਇਜਾਜ਼ਤ ਦਿੰਨੇ ਅਸੀਂ, ਪਰ ਸਾਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਕਰਕੇ ਉੱਥੇ ਲੜਾਈ ਤੁਸੀਂ ਸਾਡੀ ਲੜੋ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹੀ ਮੈਂ ਗੱਲ ਕਰਦਾ ਕਿ ਇਹਨਾਂ ਲੋਕਾਂ ਨੇ ਦੇਖੋ ਪਿੱਛੇ ਸਾਡਾ ਬਹੁਤ ਨੁਕਸਾਨ ਕਰਤਾ। ਅੱਜ ਇਹਨਾਂ ਲੋਕਾਂ ਨੂੰ ਕਹਿੰਦੇ ਸਾਨੂੰ ਲੜਾਈ ਲੜਨ ਦਿਓ।
ਜਿਵੇਂ ਸਾਡੀਆਂ ਜਥੇਬੰਦੀਆਂ ਦੇਸ਼ ਦੀਆਂ, ਜਿਵੇਂ ਉੱਥੇ ਜਥੇਬੰਦੀਆਂ ਨੇ ਕਿਹਾ ਤੁਸੀਂ ਸੰਸਦ ਵਿੱਚ ਬਾਤ ਚੱਕੋ ਵੀ ਆਹ ਕਿਸਾਨ ਅੰਨਦਾਤਾ ਸੜਕਾਂ ਤੇ ਮਰ ਰਿਹਾ, ਤੁਸੀਂ ਅੱਛੇ ਦਿਨਾਂ ਦੀਆਂ ਗੱਲਾਂ ਕਰਦਾ। ਅੱਛੇ ਦਿਨ ਆ ਸੜਕਾਂ ਦੇ ਕਿੱਦਾਂ ਸੜਕਾਂ ਭਰੀਆਂ ਪਈਆਂ, ਠੰਡ ਦੇ ਮੌਸਮ ਸਾਡੇ ਬੱਚੇ ਬੁੱਢੇ ਜਾ ਕੇ ਉੱਥੇ ਟੋਲ ਪਲਾਜ਼ਿਆਂ ਤੇ ਬੈਠੇ ਆ, ਸਾਡੇ ਬਾਰਡਰਾਂ ਤੇ ਬੈਠੇ ਆ, ਅਸੀਂ ਠੰਡ ਦੇ ਵਿੱਚ ਮਰ ਰਹੇ ਆ। ਪਰ ਇਹਨਾਂ ਲੋਕਾਂ ਨੂੰ ਮੈਂ ਕਹਿੰਦਾ ਇਹ ਸੋਚ ਲੈਣਾ ਚਾਹੀਦਾ, ਜੇ ਅੰਨਦਾਤਾ ਨਾ ਰਿਹਾ ਤੇ ਰਹਿਣਾ ਕੁਛ ਨਹੀਂਗਾ। ਇਸ ਕਰਕੇ ਜੇ ਕਿਸਾਨ ਨਾ ਰਿਹਾ ਤੇ ਮਜ਼ਦੂਰ ਨਹੀਂ ਰਹਿਣਾ, ਮਜ਼ਦੂਰ ਨਾ ਰਿਹਾ ਤੇ ਦੁਕਾਨਦਾਰ ਨਹੀਂ ਰਹਿਣਾ, ਦੁਕਾਨਦਾਰ ਨਾਲ ਤੇ ਵੱਡਾ ਵਪਾਰੀ ਨਹੀਂ ਰਹਿਣਾ। ਸਾਰੇ ਖਤਮ ਹੋ ਜਾਵਾਂਗੇ, ਤਕੜੇ ਹੋ ਕੇ ਸੰਸਦ ਵਿੱਚ ਆਵਾਜ਼ ਉਠਾਉਣੀ ਚਾਹੀਦੀ ਆ। ਇਹਨਾਂ ਲੋਕਾਂ ਨੂੰ ਉੱਥੇ ਅੱਖਾਂ ਮੀਟ ਕੇ ਸੌਂ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਤੁਸੀਂ ਕਿਹਾ ਨਾ ਵੱਡੇ ਵਪਾਰੀ ਵੀ ਨਹੀਂ ਰਹਿਣੇ, ਵੱਡੇ ਵਪਾਰੀਆਂ ਦਾ ਕਰਕੇ ਤਾਂ ਕਿਹਾ ਜਾ ਰਿਹਾ ਕਾਨੂੰਨ ਲੈ ਕੇ ਆਂਦੇ ਆ। ਮੈਂ ਉਹੀ ਗੱਲ ਕਰਦਾ ਨਾ, ਉਹ ਵੱਡੇ ਵਪਾਰੀ ਨੇ ਜਿਹੜਾ ਪੰਜਾਬ ਦੇ ਵਿੱਚ ਸਾਡੇ ਉਹਦਾ ਸਾਰੇ ਘਰਾਣੇ, ਉਹਦਾ ਵੱਡੇ ਘਰਾਣੇ ਨੇ, ਉਹਦਾ ਸਭ ਕੁਝ ਜਪਟਣਾ ਚਾਹੁੰਦੇ ਨੇ, ਉਹਦਾ ਮਗਰਮੱਛ ਨੇ, ਉਹਨਾਂ ਨੂੰ ਵਪਾਰੀ ਨਹੀਂ ਕਹਿ ਸਕਦਾ, ਉਹਦਾ ਮਗਰਮੱਛ ਨੇ ਜਿਹੜਾ ਸਭ ਕੁਝ ਸਭ ਨੂੰ ਨਿਕਲਣਾ ਚਾਹੁੰਦੇ। ਸਮੁੰਦਰ ਵਿੱਚ ਇਦਾਂ ਦੇ ਮਗਰਮੱਛ ਹੁੰਦੇ ਨੇ ਜਿਹੜਾ ਸਭ ਕੁਝ ਨਿਕਲ ਜਾਂਦੇ ਨੇ। ਇਹਨਾਂ ਦੇ ਥੱਲੇ ਬਹੁਤ ਵਪਾਰੀ ਬੈਠਾ ਆ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਊਗਾ। ਜਿਹੜਾ ਅੱਜ ਪੰਜਾਬ ਵਿੱਚ ਸਾਡਾ ਸਾਥ ਦੇ ਰਿਹਾ, ਆਹ ਤੇਲ ਸਾਨੂੰ ਪਵਾ ਉਹ ਲੋਕ ਦਿੰਦੇ ਨੇ, ਸਾਡਾ ਕਿੰਨਾ ਸਾਥ ਦਿੰਦੇ ਨੇ। ਮੈਂ ਤਾਂ ਉਹਨਾਂ ਵਪਾਰੀਆਂ ਦੀ ਗੱਲ ਕਰਦਾ, ਉਹ ਵਪਾਰੀ ਥੋੜੀ ਆ, ਉਹ ਤਾਂ ਹੜੱਪਣ ਵਾਲੇ ਲੋਕ ਮਗਰਮੱਛ ਨੇ ਵੱਡੇ। ਸੋ ਕਾਫਲਾ ਤੁਰ ਚੁੱਕਾ ਆ। ਕੁਲਦੀਪ ਸਿੰਘ ਰਾਏ ਹੋਰੀ ਸਾਡੇ ਨਾਲ ਮੌਜੂਦ ਨੇ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨੁਮਾਇੰਦੇ ਨੇ। ਰਾਏ ਸਾਹਿਬ, ਕਾਫਲਾ ਤੁਰ ਪਿਆ, ਇੰਦਰ ਦੇਵਤਾ ਵੀ ਥੋੜਾ ਜਿਹਾ ਖੁਸ਼ ਨਜ਼ਰ ਆ ਰਿਹਾ, ਕਿਣਮਣ ਹੋਣੀ ਸ਼ੁਰੂ ਹੋ ਗਈ ਹੈ। ਲੱਗਦਾ ਹੈ ਕਿ ਮੌਸਮ ਜਿਹੜਾ ਪਲ ਖਰਾਬ ਹੁੰਦਾ ਹੈ, ਕੋਈ ਅਸਰ ਪਾਏਗਾ ਕਿਸਾਨਾਂ ਦੇ ਜਜ਼ਬਿਆਂ ਤੇ। ਮੈਂ ਕਿਹਾ ਜੀ ਬੱਚਾ ਆਊ, ਅੱਜ ਦਾ 23 ਤਰੀਕ ਆ, 24 25 26 ਤੇ ਦਿੱਲੀੋਂ ਪੰਜਾਬ ਤੇ ਲੈਣ ਲੱਗ ਜਾਣੀ ਟਰੈਕਟਰ ਟਰਾਲੀਆਂ ਦੀ। ਇਹ ਜਿਹੜੀਆਂ ਟਰਾਲੀਆਂ ਅੰਬਾਲੇ ਤੋਂ ਵੀ ਪਿੱਛੇ ਰਹਿ ਜਾਣੀਆਂ ਸਾਡੇ ਵੀਰੋ। ਤੇ ਮੋਦੀ ਸਰਕਾਰ ਨੂੰ ਦੱਸ ਦਿੱਤਾ ਵੀ ਭਾਵੇਂ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ, ਸਾਡੇ ਬੱਚਿਆਂ ਨੂੰ ਦੱਸਿਆ ਵੀ ਅਸੀਂ ਉੱਥੇ ਹੀ ਤੁਹਾਨੂੰ ਦਿੱਲੀ ਦੀ ਧਰਤੀ ਤੇ ਪੜਨਾ ਪਾ ਦੇਣਾ, ਅਸੀਂ ਵਾਪਸ ਨਹੀਂ ਆਉਣਾ। ਤੇ ਫਿਰ ਬਹੁਤ ਸਾਰੇ ਕਿਸਾਨ, ਬਹੁਤ ਸਾਰੇ ਲੋਕ ਤਾਂ ਆਪਣੇ ਪੂਰਾ ਟੱਬਰ ਲੈ ਕੇ ਉੱਥੇ ਜਾ ਰਹੇ ਆ, ਔਰ ਬਕਾਇਦਾ ਕਹਿ ਕੇ ਜਾ ਰਹੇ ਆ ਅਸੀਂ ਵਾਪਸ ਜਿੱਤ ਕੇ ਆਉਣਾ, ਨਹੀਂ ਤਾਂ ਵਾਪਸ ਨਹੀਂ ਆਉਣਾ। ਅਸੀਂ ਘਰਦਿਆਂ ਨੂੰ ਦੱਸਿਆ ਵੀ ਸਾਡੀ ਆਸ ਨਾ ਰੱਖਿਓ, ਵੀ ਆ ਸਕਦੇ ਜਾਂ ਨਹੀਂ ਆ ਸਕਦੇ। ਅੱਜ ਉਹਨਾਂ ਨੂੰ ਅਸੀਂ ਫਤਿਹ ਬੁਲਾਇਆ ਹੁੰਦੀ, ਆਖਰੀ ਫਤਿਹ ਬੁਲਾ ਕੇ ਤੁਰਿਓ। ਅੱਛਾ, ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਬੜੀ ਤਿਆਰੀ ਕੀਤੀ ਹੈ ਦਿੱਲੀ ਪੁਲਿਸ ਨੇ, ਕੰਡਿਆਲੀਆਂ ਤਾਰਾਂ ਵਾਧੂ ਵਿਛਾ ਦਿੱਤੀਆਂ, ਰੈਪਿਡ ਐਕਸ਼ਨ ਫੋਰਸ ਲਾ ਦਿੱਤੀ ਹੈ। ਉਹ ਤਿਆਰੀਆਂ ਜਦੋਂ ਕੀਤੀਆਂ ਹੋਈਆਂ ਨੇ, ਰੋਕਾਂ ਵਧਾਈਆਂ ਹੋਈਆਂ ਨੇ, ਤੇ ਫਿਰ ਦਿੱਲੀ ਦੇ ਵਿੱਚ ਦਾਖਲ ਕਿਵੇਂ ਹੋਣਾ? ਉਹਨਾਂ ਨੂੰ ਮੋਦੀ ਸਰਕਾਰ ਨੂੰ ਇਹ ਗੱਲ ਦੱਸ ਦਿੰਦੇ ਆ ਵੀ ਅਸੀਂ ਤਾਂ ਜ਼ਮੀਨ ਪਾੜ ਕੇ ਉਹਦੇ ਵਿੱਚੋਂ ਮੰਜਰ ਜ਼ਮੀਨਾਂ ਪਾੜ ਕੇ ਫਸਲਾਂ ਗਾ ਦੇ ਦੀਆਂ, ਅਸੀਂ ਉਹ ਤਾਰਾਂ ਤੂਰਾਂ ਨੂੰ ਕੁਝ ਨਹੀਂ ਮੰਨਦੇ। ਅਸੀਂ ਤਾਂ ਥੱਲਿਓਂ ਦੀ ਧਰਤੀ ਪਾੜ ਕੇ ਲੰਘ ਸਕਦੇ ਆ। ਜੇ ਅਸੀਂ 300 ਫੁੱਟ ਡੂੰਘਾ ਪਾਣੀ ਕੱਢ ਸਕਦੇ ਆ ਤੇ ਅਸੀਂ ਦਿੱਲੀ ਦੇ ਵਿੱਚ ਵੀ ਜਾ ਸਕਦੇ ਆ। ਦਿੱਲੀ ਸਾਡੀ ਆ, ਕਿਸੇ ਦੀ ਨਹੀਂ ਦਿੱਲੀ ਹੈਗੀ। ਇੱਕ ਨੌਜਵਾਨ ਨੂੰ ਫੜਿਆ ਸੀਗਾ ਉਸ ਧਰਨੇ ਦੇ ਵਿੱਚ, ਜਿਹੜਾ ਇਹ ਕਬੂਲ ਕਰ ਰਿਹਾ ਸੀਗਾ ਕਿ ਮੈਂ ਇੱਥੇ ਖਰਾਬੀ ਕਰਨ ਲਈ ਆਇਆ, ਗੋਲੀਆਂ ਵੀ ਚੱਲਣੀਆਂ ਸੀਗੀਆਂ। ਇਹ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਧਰਨੇ ਨੂੰ ਬਦਨਾਮ ਕਰਨ ਦੇ ਲਈ, ਤਾਰ-ਪੀੜੋ ਕਰਨ ਲਈ, ਉਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਇਹ ਜਿਹੜਾ ਅੰਦੋਲਨ ਹੈ ਪਰਮਾਤਮਾ ਆਪ ਚਲਾ ਰਿਹਾ, ਨਾ ਜਥੇਬੰਦੀਆਂ ਚਲਾ ਰਹੀਆਂ, ਨਾ ਕਿਸਾਨ ਚਲਾ ਰਿਹਾ। ਅੱਜ ਇਹ ਜਿਹੜਾ ਅੰਦੋਲਨ ਹੈ, ਸਾਰੇ ਧਰਮਾਂ ਦੇ ਗੁਰੂ ਪੀਰ ਉੱਥੇ ਪਹੁੰਚੇ ਹੋ ਆ। ਜਿਹੜੀਆਂ ਸੰਗਤਾਂ ਜਾ ਰਹੀਆਂ ਨਾ, ਇਹਨਾਂ 'ਚ ਇੰਨਾ ਉਤਸ਼ਾਹ ਆ ਬੇ ਦਿਨ ਰਾਤ ਇਹ ਟਰੈਲੀ ਜਥਾ ਤੁਰੇ ਹੀ ਜਾਣੇ। ਇਹ ਦਿਨ ਰਾਤ ਜਥੇ ਜਿਹੜੇ ਆ ਤੁਰਦੇ ਰਹਿਣਗੇ। ਆਪਣਾ ਨਾਮ ਦੱਸ ਦਿਓ, ਔਰ ਇਸ ਬਕਾਇਦਾ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹੋ, ਕਿੱਦਾਂ ਦਾ ਅਹਿਸਾਸ ਹੋ ਰਿਹਾ, ਕਿੱਦਾਂ ਦਾ ਮਹਿਸੂਸ ਹੋ ਰਿਹਾ ਇਸ ਮੌਕੇ? ਦੇਖੋ ਵੀਰ ਜੀ, ਮੇਰਾ ਨਾਮ ਹਰਭਜਨ ਸਿੰਘ ਬਾਜਵਾ, ਮਲਕਪੁਰ ਤੋਂ। ਮਹਿਸੂਸ ਤੇ ਤੁਸੀਂ ਵੇਖ ਲਿਆ, ਕੈਮਰੇ 'ਚ ਪਤਾ ਲੱਗ ਗਿਆ। ਇਹ ਮਾਣ ਵੀ ਮਹਿਸੂਸ ਹੋ ਰਿਹਾ ਕਿ ਪੰਜਾਬੀ ਇਕੱਠੇ ਹੋ ਗਏ, ਪੰਜਾਬੀ ਭਾਈਚਾਰਾ ਇਕੱਠਾ ਹੋ ਗਿਆ, ਕੋਈ ਧਰਮ ਕੋਈ ਮਜ਼ਹਬ ਨਹੀਂ ਰਿਹਾ, ਇਕੱਠੇ ਹੋ ਕੇ ਵੀਰ ਮੇਰੇ ਤੁਰ ਪਏ। ਇਦਾਂ ਦਾ ਕਦੀ ਕਿਸੇ ਨੇ ਅੰਦੋਲਨ ਨਾ ਵੇਖਿਆ ਨਾ ਵੇਖੇਗਾ, ਤੇ ਨਾ ਹੀ ਮੈਨੂੰ ਲੱਗਦਾ ਕਿ ਹੋਏਗਾ ਕਦੀ। ਇਹ ਇਤਿਹਾਸਕ ਅੰਦੋਲਨ ਆ, ਪਰ ਇਸ ਇਤਿਹਾਸਕ ਅੰਦੋਲਨ ਦੇ ਨਾਲ ਇੱਕ ਇਤਿਹਾਸਕ ਆੜੀ ਵੀ ਤਾਂ ਕਰਦੀ ਪਈ ਹੈ ਨਾ ਸਰਕਾਰ। ਵੇਖੋ, ਸਰਕਾਰ ਅੜੀਆਂ ਅੱਜ ਦੀ ਨਹੀਂ ਕਰਦੀ ਪਈ। ਤੁਹਾਨੂੰ ਪਤਾ ਪਹਿਲਾਂ ਕੋਈ ਬੋਲਿਆ ਨਹੀਂ, ਅੜੀ ਪਗਾਉਂਦੇ ਨੇ, ਪਰ ਇਹ ਅੜੀ ਉਹਨਾਂ ਦੀ ਪੁਗਣੀ ਨਹੀਂ। ਤੁਹਾਨੂੰ ਪਤਾ ਕਿ ਭਾਈਚਾਰੇ ਦਾ ਜਦੋਂ ਏਕਾ ਹੋ ਜੇ, ਫਿਰ ਗੌਰਮੈਂਟਾਂ ਕੋਈ ਵੱਡੀਆਂ ਨਹੀਂ ਰਹਿੰਦੀਆਂ। ਫਿਰ ਅੜੀਆਂ ਜਿਹੜੀਆਂ ਉਹ ਸਰਕਾਰ ਦੀਆਂ ਬਹੁਤੀ ਦੇਰ ਨਹੀਂ ਰਹਿ ਪਾਣੀਆਂ। ਮੌਸਮ ਦੇ ਬਦਲਦੇ ਰੰਗ ਦੇਖੋ, ਕਦੀ ਕਣੀਆਂ ਪੈ ਰਹੀਆਂ ਨੇ, ਕਦੀ ਧੁੱਪ ਨਿਕਲ ਰਹੀ ਹੈ, ਸੂਰਜ ਚਮਕ ਰਿਹਾ ਹੈ, ਪਰ ਇਸ ਸਭ ਦੇ ਵਿੱਚ ਮੌਸਮ ਬਦਲ ਰਿਹਾ ਆ। ਇਹਨਾਂ ਲੋਕਾਂ ਦੇ ਇਰਾਦੇ ਬਦਲਦੇ ਬਿਲਕੁਲ ਨਜ਼ਰ ਨਹੀਂ ਆ ਰਹੇ। ਇਹ ਲੋਕ ਕਹਿੰਦੇ ਆ ਕਿ 26 ਜਨਵਰੀ ਨੂੰ ਕਿਸਾਨ ਪਰੇਡ ਕਰਨੀ ਹੈ। ਉਸ ਕਿਸਾਨ ਪਰੇਡ ਦੇ ਵਿੱਚ ਸਾਡੇ ਟਰੈਕਟਰ ਜਿਹੜੇ ਆ ਉਹ ਦਿੱਲੀ ਦੇ ਆਊਟਰ ਰਿੰਗ ਰੋਡ ਦੇ ਉੱਤੇ ਦੌੜਦੇ ਜਿਹੜੇ ਨਜ਼ਰ ਆਉਣਗੇ, ਲਾਜ਼ਮੀ ਤੌਰ ਤੇ ਨਜ਼ਰ ਆਉਣਗੇ। ਔਰ ਇੱਕ ਲੰਬਾ ਕਾਫਲਾ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਜਾ ਰਿਹਾ ਆ। ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ।
ਸੋ ਇਹ ਕਾਫਲਾ ਦਿੱਲੀ ਵੱਲ ਜਾ ਰਿਹਾ। ਨਾਮ ਦੱਸ ਦਿਓ, ਕਿਹੜੇ ਪਿੰਡ ਤੋਂ ਟਰਾਲੀ ਲੈ ਕੇ ਆਏ ਹੋ? ਮੇਰਾ ਸੁਖਵੀਰ ਸਿੰਘ ਜੀ, ਪਿੰਡ ਚੱਕ ਬਰੇਮਾ, ਸਰਕਲ ਫਗਵਾੜਾ ਜੀ। ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਆ ਜੀ। ਇਹ ਜਿਹੜੀ ਗੁੰਗੀ ਬੋਲੀ ਸਰਕਾਰ ਆ ਉਹਦੇ ਦਿੱਲੀ 'ਚ ਬੈਠੀ ਜਿਹੜੀ ਸਾਡੇ ਬੰਦਿਆਂ ਦਾ ਕੋਈ ਸੁਣ ਨਹੀਂ ਰਹੀ। ਲਗਭਗ 2 ਮਹੀਨੇ ਤੋਂ ਵੱਧ ਟਾਈਮ ਹੋ ਚੱਲਾ। ਅਸੀਂ ਉਹਨਾਂ ਭਰਾਵਾਂ ਦੇ ਨਾਲ ਸਾਥ ਦੇ ਜਿਹੜੇ ਘੱਟੋ ਘੱਟ 2500 ਤੋਂ 3000 ਟਰਾਲੀ ਲੈ ਕੇ ਉਹਨਾਂ ਕੋਲ ਨੂੰ ਪਹੁੰਚਣ ਲੱਗੇ ਆ। ਉਹਨੂੰ ਦੱਸਦੇ ਆ ਵੀ ਜਿਹੜਾ ਤੇਰਾ ਮੋਨ ਆ ਅਸੀਂ ਤੋੜਨਾ ਆ। ਜਿਹੜਾ ਅਹੰਕਾਰ ਆ ਸਰਕਾਰ ਦਾ ਉਹ ਤੋੜਿਆ ਜਾਣਾ। ਸਰਕਾਰ ਵੱਲੋਂ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਕਹਿੰਦੇ ਕੀਤੀਆਂ ਉਹ 26 ਨੂੰ ਵੀ ਬਹੁਤ ਤਿਆਰੀਆਂ ਸੀਗੀਆਂ ਜੀ, ਕੋਈ ਚੱਕਰ ਨਹੀਂ ਇਦਾਂ ਦਾ। ਤਿਆਰੀਆਂ ਆਪਣੀਆਂ ਹੀ ਪੂਰੀਆਂ ਹੀ ਆ, ਕੋਈ ਚੱਕਰ ਨਹੀਂ ਇਦਾਂ ਦਾ ਸਰਕਾਰ ਦਾ। ਅੱਛਾ, ਜਿੰਨਾ ਗਰਮਜੋਸ਼ੀ ਤੁਹਾਡੇ 'ਚ ਨਜ਼ਰ ਆ ਰਹੀ ਹੈ, ਜਥੇਬੰਦੀਆਂ ਨੇ ਇਹ ਵੀ ਕਿਹਾ ਨਾ ਕਿ ਜੋਸ਼ ਦੇ ਨਾਲ ਹੋਸ਼ ਵੀ ਰੱਖਣਾ। ਹੋਸ਼ ਪਹਿਲਾਂ ਰੱਖਾਂਗੇ ਜੀ, ਬਾਕੀ ਸਾਡੇ ਜਿੰਨੇ ਵੀ ਸਿਆਣੇ ਅਹੁਦੇਦਾਰ ਸਾਡੇ ਨਾਲ ਆ। ਜਿੱਦਾਂ ਸਾਨੂੰ ਕਹੋਗੇ, ਜਿੱਦਾਂ ਸਾਨੂੰ ਕਹੋਗੇ ਅਸੀਂ ਉੱਦੇ ਕਰਾਂਗੇ। ਬਾਕੀ ਕੋਈ ਇਦਾਂ ਦਾ ਚੱਕਰ ਨਹੀਂ। ਨੂੰ ਸਾਨੂੰ 2 ਮਹੀਨੇ ਪੰਜਾਬ 'ਚ ਬੈਠਿਆਂ ਨੂੰ ਹੋ ਗਏ ਆ ਤੇ 2 ਮਹੀਨੇ ਉੱਥੇ ਦਿੱਲੀ ਬੈਠਿਆਂ ਨੂੰ ਹੋ ਗਏ ਆ। 4 ਮਹੀਨੇ ਤੋਂ ਹੋਸ਼ ਰੱਖ ਰਹੇ ਆ ਅਸੀਂ ਤੇ ਉੱਥੇ ਵੀ ਜਾ ਕੇ ਰੱਖੀ ਜਾਊਗੀ। ਹੋਸ਼ ਬਕਾਇਦਾ ਬਰਕਰਾਰ ਰਹੇਗਾ। ਤੇ ਮਹਿਸੂਸ ਕਿਦਾਂ ਦਾ ਹੋ ਰਿਹਾ ਅੱਜ ਦਿੱਲੀ ਵੱਲ ਕੂਚ ਕਰਦੇ ਆ? ਕਿਉਂਕਿ ਪਹਿਲਾਂ ਤੁਹਾਡਾ ਫੇਰਾ ਨਹੀਂ ਹੈ, ਮੈਨੂੰ ਪਤਾ ਕਿ ਪਹਿਲਾਂ ਵੀ ਲਗਾਤਾਰ ਦਿੱਲੀ ਆਉਂਦੇ ਜਾਂਦੇ ਰਹੇ ਹੋ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ। ਨਹੀਂ ਹੈਗੇ ਅਸੀਂ ਦੁਖੀ ਆ ਜੀ ਸਰਕਾਰ ਤੋਂ। ਦੁਖੀ ਹੋ ਕੇ ਬੰਦਾ ਘਰਾਂ 'ਚੋਂ ਨਿਕਲਦਾ ਤਾਂ ਨਹੀਂ ਤਾਂ ਘਰਾਂ 'ਚੋਂ ਜਾਣ ਨੂੰ ਇੰਨੀ ਠੰਡ 'ਚ ਦਿਲ ਕਿਸੇ ਦਾ ਵੀ ਨਹੀਂ ਕਰਦਾ। ਪਰ ਇਹ ਆ ਵੀ ਹੁਣ ਦੁੱਖ ਆ, ਦੁੱਖ ਨੂੰ ਦੇਖ ਕੇ ਅਸੀਂ ਘਰਾਂ 'ਚੋਂ ਨਿਕਲੇ ਆ। ਕੋਈ ਮਹਿਸੂਸ ਸਾਨੂੰ ਕੋਈ ਵਧੀਆ ਨਹੀਂ ਹੋ ਰਿਹਾ, ਮਹਿਸੂਸ ਸਾਨੂੰ ਦੁੱਖ ਹੀ ਹੋ ਰਿਹਾ। ਇਹ ਕੋਈ ਖੁਸ਼ੀ ਨਹੀਂਗੀ, ਇਹ ਤਾਂ ਬਹੁਤ ਜ਼ਿਆਦਾ ਅੰਦਰੋਂ ਦੁਖੀ ਆ। ਸਾਡੇ ਪਤਾ ਨਹੀਂ ਕਿੰਨੀਆਂ ਕੁ ਮੌਤਾਂ, 150 ਦੇ ਗੇੜ ਸਾਡੀਆਂ ਮੌਤਾਂ ਹੋ ਚੁੱਕੀਆਂ ਆ। ਕਿਸੇ ਨੂੰ ਵੀ ਚਾਅ ਨਹੀਂਗਾ ਇੱਦਾਂ ਠੰਡਾਂ ਦੇ ਵਿੱਚ। ਜਿਹੜੇ ਮੰਤਰੀ ਸਾਹਿਬਾਨ ਵਾ ਉਹ ਆਪਣੀਆਂ ਕੋਠੀਆਂ 'ਚ ਮਹਿਲਾਂ 'ਚ ਬੈਠੇ ਆ, ਜਿਨ੍ਹਾਂ ਨੂੰ ਅਸੀਂ ਵੋਟਾਂ ਬਣਾ ਕੇ ਉਹਨਾਂ ਨੂੰ ਰੱਖਿਆ ਤੇ ਚੁਣਿਆ ਆ, ਪਰ ਉਹਨੇ ਸਾਡੀ ਕੋਈ ਸਾਰ ਨਹੀਂ ਲਈ। ਆਖਰ ਹੋਰ ਸਾਡੇ ਕੋਲ ਰਸਤਾ ਹੀ ਕੋਈ ਨਹੀਂਗਾ ਅੰਦੋਲਨ ਤੋਂ ਬਗੈਰ। ਤੇ ਹਜੇ ਵੀ ਉਹ ਸੁਣ ਲਵੇ ਤਾਂ ਬਹੁਤ ਜ਼ਿਆਦਾ ਵਧੀਆ ਆ ਜੀ। ਕੋਈ ਰਾਹ ਨਹੀਂ ਹੈ ਅੰਦੋਲਨ ਤੋਂ ਬਿਨਾ, ਪਰ ਬਾਵਜੂਦ ਇਸ ਦੇ ਜਿਹੜੇ ਆ ਉਹ ਸਰਕਾਰ ਅਜੇ ਅੜੀ ਤੇ ਆ ਕਿ ਅਜੇ ਜਿਹੜੀ ਆਖਰੀ ਆਪਸ਼ਨ ਦਿੱਤੀ ਸੀਗੀ ਕਿ 1.5 ਸਾਲ ਰੋਕ ਸਕਦੇ ਆ, ਉਦੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਦੇਖਦੇ ਆ ਇਹ ਕਿਸ ਤਰੀਕੇ ਦੀਆਂ ਸਥਿਤੀਆਂ ਬਣਦੀਆਂ। 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਜਿਹੜੀ ਕਿਸਾਨ ਪਰੇਡ ਹੋਣੀ ਆ ਉਹਦੀਆਂ ਤਸਵੀਰਾਂ ਕਿਹੋ ਜਿਹੀਆਂ ਦੇਖਣ ਨੂੰ ਮਿਲਦੀਆਂ? ਕਿ ਸ਼ਾਂਤਮਈ ਤਰੀਕੇ ਨਾਲ ਦਿੱਲੀ ਪੁਲਿਸ ਇਹਨਾਂ ਨੂੰ ਅੰਦੋਲਨ ਕਰਨ ਦੀ ਇਜਾਜ਼ਤ ਦਿੰਦੀ ਹੈ ਜਾਂ ਫਿਰ ਉਹ ਟਕਰਾਅ ਦੇ ਹਾਲਾਤ ਉੱਥੇ ਬਣਦੇ ਨਜ਼ਰ ਆਉਂਦੇ ਨੇ? ਇੱਕ ਪਾਸੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਇਹ ਟਰੈਕਟਰ ਟਰਾਲੀਆਂ ਦਾ ਵੱਡਾ ਕਾਫਲਾ ਜਿਹੜਾ ਉਹ ਦਿੱਲੀ ਲਈ ਰਵਾਨਾ ਹੋ ਰਿਹਾ। ਦੂਜੇ ਪਾਸੇ ਅਸਮਾਨ ਦੇ ਵਿੱਚ ਬੱਦਲ ਜਿਹੜੇ ਆ ਛਾਏ ਹੋਏ ਆ, ਬਾਰਿਸ਼ ਹੋਣੀ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ। ਔਰ ਇਹ ਬਾਰਿਸ਼ ਜ਼ਰਾ ਜਿੰਨਾ ਵੀ ਅਸਰ ਇਹਨਾਂ ਲੋਕਾਂ ਦੇ ਜਜ਼ਬੇ ਦੇ ਉੱਤੇ ਨਹੀਂ ਪਾ ਰਹੀ ਕਿ ਇਸ ਬਾਰਿਸ਼ ਦਾ ਕਰਕੇ ਇਸ ਕਾਫਲੇ ਨੂੰ ਰੋਕ ਦਿੱਤਾ ਜਾਵੇ, ਬਲਕਿ ਸਾਫ਼ ਦੇਖ ਸਕਦੇ ਹੋ ਕਿ ਇਸ ਬਾਰਿਸ਼ ਦੇ ਬਾਵਜੂਦ ਵੀ ਉਨੇ ਹੀ ਦੁੱਗਣੇ ਤਿੱਗਣੇ ਜੋਸ਼ ਦੇ ਨਾਲ ਜਿਹੜਾ ਇਹਨਾਂ ਟਰੈਕਟਰ ਟਰਾਲੀਆਂ ਨੂੰ ਲੈ ਕੇ ਜਾਇਆ ਜਾ ਰਿਹਾ ਆ। ਦਿੱਲੀ ਦੇ ਵੱਲ ਚਾਲੇ ਜਿਹੜੇ ਆ ਉਹ ਪਾਏ ਜਾ ਰਹੇ ਆ। ਔਰ ਇਹ ਮੌਸਮ, ਕਿਉਂਕਿ ਮੌਸਮ ਪਹਿਲੀ ਵਾਰੀ ਖਰਾਬ ਨਹੀਂ ਹੋਇਆ, ਇਸ ਧਰਨੇ ਪ੍ਰਦਰਸ਼ਨ ਦੇ ਦੌਰਾਨ ਕਈ ਵਾਰ ਮੌਸਮ ਦੀ ਖਰਾਬੀ ਦੇਖਣ ਨੂੰ ਮਿਲੀ ਹੈ। ਸਰਹੱਦ ਦੇ ਉੱਤੇ ਕਈ ਵਾਰੀ ਮੀਂਹ ਦਾ ਕਰਕੇ ਰਾਸ਼ਨ ਭਿੱਜਿਆ ਆ, ਲੰਗਰ ਦਾ ਸਮਾਨ ਭਿੱਜਿਆ ਆ, ਕਈ ਵਾਰੀ ਲੋਕ ਵੀ ਭਿੱਜੇ ਨੇ। ਔਰ ਉਸ ਮੌਕੇ ਦੇ ਦੌਰਾਨ ਜਿਹੜੀ ਠੰਡ ਵਧੀ ਉਹਨੇ ਵੀ ਕਈ ਤਰੀਕੇ ਦੀਆਂ ਦਿੱਕਤਾਂ ਦੁਸ਼ਵਾਰੀਆਂ ਜਿਹੜੀਆਂ ਪੈਦਾ ਕੀਤੀਆਂ। ਬਾਵਜੂਦ ਇਸ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਤੇ ਹੁਣ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਜਜ਼ਬਾ ਜਿਹੜਾ ਉਹ ਦੁੱਗਣਾ ਚੌਗਣਾ ਜਿਹੜਾ ਉਹ ਨਜ਼ਰ ਆ ਰਿਹਾ। ਦੇਖ ਸਕਦੇ ਹੋ 30-30 ਫੁੱਟੀਆਂ ਟਰਾਲੀਆਂ ਔਰ ਉਹਨਾਂ ਟਰਾਲੀਆਂ ਦੇ ਵਿੱਚ ਸਵਾਰ ਲੋਕ ਜਿਹੜੇ ਨਾਅਰੇਬਾਜ਼ੀਆਂ ਕਰ ਰਹੇ ਨੇ ਮੋਦੀ ਸਰਕਾਰ ਦੇ ਖਿਲਾਫ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਆ ਉਹ ਬਕਾਇਦਾ ਲਾਏ ਜਾ ਰਹੇ ਆ। ਇਸ ਰੈਲੀ ਦੇ ਵਿੱਚ, ਇਸ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਜਿੰਨੇ ਵੀ ਲੋਕ ਜਿਹੜੇ ਆ ਉਹ ਦਿੱਲੀ ਵੱਲ ਕੂਚ ਕਰ ਰਹੇ ਨੇ। ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਲੋਕ ਜਿਹੜੇ ਆ ਉਹ ਜਾ ਰਹੇ ਨੇ ਉਸ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ। ਟਰੈਕਟਰ ਦੇ ਮਗਰ ਟਰਾਲੀ ਦੇ ਵਿੱਚ 2 ਟਰੈਕਟਰ, ਤਾਂ ਕਿ ਵੱਧ ਤੋਂ ਵੱਧ ਜਿਹੜੇ ਟਰੈਕਟਰ ਆ ਉਸ ਕਿਸਾਨ ਪਰੇਡ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਸਕਣ। ਝੰਡੇ ਲੱਗੇ ਹੋਇਆ, ਨੋ ਫੂਡ ਨੋ ਫਾਰਮਰ, ਔਰ ਕਿਸਾਨ ਜਥੇਬੰਦੀਆਂ ਦੇ ਝੰਡੇ ਨਾਲ ਟਰੈਕਟਰਾਂ ਦੇ ਅੱਗੇ ਲਗਾਏ ਹੋਇਆ। ਕਾਫਲਾ ਬਹੁਤ ਲੰਬਾ ਆ, ਤੁਸੀਂ ਦੂਰ ਤੱਕ ਦੇਖ ਸਕਦੇ ਹੋ। ਮੈਂ ਚਾਹੁੰਦਾ ਕਿ ਤਸਵੀਰਾਂ ਜਿਹੜੀਆਂ ਉਹ ਦਿਖਾ ਦਿੱਤੀਆਂ ਜਾਣ। ਇਹ ਬਹੁਤ ਦੂਰ ਤੱਕ ਜਿਹੜੀਆਂ ਟਰੈਕਟਰ ਟਰਾਲੀਆਂ ਖੜੀਆਂ ਨੇ, ਜਿਹੜੀਆਂ ਦਿੱਲੀ ਜਾਣ ਲਈ ਬਿਲਕੁਲ ਤਿਆਰ ਨੇ। ਔਰ ਜਿੱਦਾਂ ਅੱਗੇ ਵਧਦਾ ਜਾ ਰਿਹਾ ਹੈ ਕਾਫਲਾ, ਤਿਵੇਂ ਹੋਰ ਟਰੈਕਟਰ ਟਰਾਲੀਆਂ ਵੀ ਜਿਹੜੀਆਂ ਜੁੜਦੀਆਂ ਜਾ ਰਹੀਆਂ ਨੇ। ਕਿਉਂਕਿ ਦਾਅਵਾ ਇਹ ਕੀਤਾ ਗਿਆ ਸੀਗਾ ਕਿ 2000 ਟਰੈਕਟਰ ਟਰਾਲੀਆਂ ਜਿਹੜੀਆਂ ਇਸ ਮਾਰਚ ਦੇ ਵਿੱਚ ਜਿਹੜੀਆਂ ਉਹ ਸ਼ਾਮਲ ਹੋਣਗੀਆਂ। ਪਰ ਤਾਦਾਦ ਜਿਹੜੀ ਹੈ ਉਹ ਵੱਡੇ ਤੌਰ ਤੇ ਕਹਿ ਸਕਦੇ ਹਾਂ ਕਿਤੇ ਜ਼ਿਆਦਾ ਆ, 2000 ਤੋਂ ਕਿਤੇ ਜ਼ਿਆਦਾ ਟਰੈਕਟਰ ਟਰਾਲੀਆਂ ਨੇ। ਔਰ ਜਿਸ ਤਰੀਕੇ ਨਾਲ ਇੱਕ ਟਰੈਕਟਰ ਦੇ ਨਾਲ
2-2 3-3 ਤੇ ਕਈ ਵਾਰੀ 5-5 ਟਰੈਕਟਰ ਵੀ ਜਿਹੜਾ ਉਹ ਲਿਜਾਏ ਜਾ ਰਹੇ ਆ। ਇਹ ਵੀ ਆਪਣੇ ਆਪ ਦੇ ਵਿੱਚ ਕਹਿ ਸਕਦੇ ਆ ਇੱਕ ਅੱਲੋਕਾਰ ਗੱਲ ਹੈਗੀ ਹੈ ਕਿ ਤੇਲ ਵੀ ਬਚਾਇਆ ਜਾ ਰਿਹਾ ਔਰ ਭਰਮਾਰ ਵੀ ਜਿਹੜੀ ਆ ਉਹ ਦੇਖੀ ਜਾ ਰਹੀ ਹੈ ਟਰੈਕਟਰਾਂ ਦੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਵੱਧ ਤੋਂ ਵੱਧ ਇਹ ਟਰੈਕਟਰ ਉਹ ਦਿੱਲੀ ਦੇ ਸਰਹੱਦ ਦੇ ਵੱਲ ਜਾ ਸਕਣ। ਜਿਹੜੇ ਸਾਥੀ ਜਿਹੜੇ ਆ ਉਸ ਅੰਦੋਲਨ ਲਈ ਜਾ ਰਹੇ ਨੇ, ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ। ਪੂਰਾ ਪ੍ਰਬੰਧ ਕੀਤਾ ਹੋਇਆ ਆ, ਪੂਰਾ ਪ੍ਰਬੰਧ ਹੈ। ਆਪਣਾ ਬਿਸਤਰਾ, ਆਪਣੇ ਕੱਪੜੇ ਲੱਤੇ ਸਾਰਾ ਕੁਝ ਨਾਲ ਜਿਹੜਾ ਉਹ ਲੱਦਿਆ ਗਿਆ ਔਰ ਮੋਟਰਸਾਈਕਲ ਵੀ ਲੱਦ ਲਿਆ ਉੱਥੇ ਕਿ ਬਹੁਤ ਜ਼ਿਆਦਾ ਟ੍ਰੈਫਿਕ ਹੋਣੀ ਹੈ। ਕਈ ਵਾਰੀ ਟਰਾਲੀ ਲਾ ਕੇ ਤੇ ਉਸ ਮੰਚ ਤੱਕ ਪਹੁੰਚਣਾ, ਉੱਥੇ ਕਈ ਵਾਰੀ ਇਹ ਗੱਲਾਂ ਨਿਕਲ ਕੇ ਆਈਆਂ ਕਿ ਮੰਚ ਤੱਕ ਤੁਰ ਕੇ ਜਾਣਾ ਪੈਂਦਾ ਬਹੁਤ ਦੂਰ ਤੱਕ। ਮੋਟਰਸਾਈਕਲ ਵੀ ਇਹਨਾਂ ਨੇ ਲੱਦ ਲਿਆ ਕਿ ਕੋਈ ਗੱਲ ਨਹੀਂ, ਜੇ ਦੂਰ ਤੱਕ ਥੋੜੇ ਸੰਕਰੇ ਰਸਤਿਆਂ ਥਾਣੀ, ਪਤਲੇ ਰਸਤਿਆਂ ਥਾਣੀ ਨਿਕਲਣਾ ਪਵੇ ਤੇ ਮੋਟਰਸਾਈਕਲ ਦਾ ਵੀ ਇਸਤੇਮਾਲ ਜਿਹੜਾ ਉਹ ਕੀਤਾ ਜਾ ਸਕਦਾ। ਸੋ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਆ ਟਰੈਕਟਰ ਟਰਾਲੀਆਂ ਬਕਾਇਦਾ ਜਿਹੜਾ ਆ ਉਹ ਜਾ ਰਹੀਆਂ ਨੇ ਇਸ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ। ਜਿੱਥੋਂ ਤੱਕ ਮੇਰੀ ਨਜ਼ਰ ਜਾ ਰਹੀ ਹੈ ਜਾਂ ਸਾਡੇ ਕੈਮਰੇ ਦੀ ਨਜ਼ਰ ਜਿੱਥੋਂ ਤੱਕ ਜਾ ਰਹੀ ਹੈ, ਸਾਫ਼ ਤਸਵੀਰਾਂ ਨੇ ਕਿ ਸਿਰਫ ਟਰੈਕਟਰ ਟਰਾਲੀਆਂ ਹੀ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ। ਤੇ ਅੱਜ 2000 ਟਰੈਕਟਰ ਟਰਾਲੀਆਂ ਦਾ ਕਾਫਲਾ ਜੇ ਮੰਨ ਕੇ ਚੱਲੀਏ ਜਾ ਰਿਹਾ ਆ ਤੇ 21 ਤਰੀਕ ਤੋਂ ਲਗਾਤਾਰ ਇਸ ਤਰੀਕੇ ਦੇ ਕਾਫਲੇ ਦਿੱਲੀ ਵੱਲ ਕੂਚ ਕਰ ਰਹੇ ਆ ਔਰ ਕਿਹਾ ਜਾ ਰਿਹਾ ਹੈ ਕਿ ਤਕਰੀਬਨ 1 ਲੱਖ ਤੋਂ ਵੱਧ ਪੰਜਾਬ ਤੋਂ ਟਰੈਕਟਰ ਦਿੱਲੀ ਪਹੁੰਚਣਗੇ, 1 ਲੱਖ ਤੋਂ ਵੱਧ ਟਰੈਕਟਰ ਜਿਹੜੇ ਆ ਉਹ ਹਰਿਆਣੇ ਤੋਂ ਪਹੁੰਚਣਗੇ ਤੇ ਬਾਕੀ ਸੂਬਿਆਂ ਦੇ ਵਿੱਚੋਂ ਵੀ ਆਸ-ਪਾਸ ਤੋਂ ਰਾਜਸਥਾਨ, ਯੂਪੀ ਜਾਂ ਫਿਰ ਹੋਰਨਾਂ ਸੂਬਿਆਂ ਤੋਂ ਇਸੇ ਤਰੀਕੇ ਨਾਲ ਟਰੈਕਟਰ ਜਿਹੜੇ ਆ ਉਹ ਉਸ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣਗੇ। ਹੁਣ ਸਥਿਤੀਆਂ ਕੀ ਬਣਦੀਆਂ ਨੇ? ਦਿੱਲੀ ਪੁਲਿਸ ਇਜਾਜ਼ਤ ਦਿੰਦੀ ਹੈ, ਨਹੀਂ ਦਿੰਦੀ, ਜਾਂ ਫਿਰ ਟਕਰਾਅ ਦੀ ਸਥਿਤੀ ਬਣਦੀ ਹੈ, ਤਣਾਅ ਦੀ ਸਥਿਤੀ ਬਣਦੀ ਹੈ, ਇਹ 26 ਤਰੀਕ ਤੇ ਨਿਰਭਰ ਕਰੇਗਾ। ਦਿੱਲੀ ਪੁਲਿਸ ਵੱਲੋਂ ਇਜਾਜ਼ਤ ਦੇਣ ਜਾਂ ਨਾ ਦੇਣ ਤੇ ਨਿਰਭਰ ਕਰੇਗਾ, ਪਰ ਘੱਟੋ ਘੱਟ ਕਿਸਾਨ ਆਪਣੀ ਤਿਆਰੀ ਕਰਕੇ ਜਿਹੜਾ ਉਹ ਕੂਚ ਜ਼ਰੂਰ ਕਰ ਗਏ ਨੇ। ਇਹ ਤਸਵੀਰਾਂ ਲਗਾਤਾਰ ਦਿੱਲੀ ਵੱਲ ਵਧਦੇ ਕਾਫਲੇ ਦੀਆਂ ਨੇ ਔਰ ਉਸ ਕਾਫਲੇ ਦੇ ਵਿੱਚ ਟਰੈਕਟਰ ਟਰਾਲੀਆਂ ਦੀਆਂ ਨੇ। ਅਸੀਂ ਬਕਾਇਦਾ ਤਸਵੀਰਾਂ ਤੁਹਾਨੂੰ ਟੀਵੀ ਪੰਜਾਬ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਕਿੰਜ ਲੋਕ ਇਹ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਆਪਣੀਆਂ ਲੈ ਕੇ ਜਾ ਰਹੇ ਨੇ। ਕੁੱਲ ਮਿਲਾ ਕੇ ਕਹਿ ਲਈਏ ਕਿ ਇਹ ਵੱਡਾ ਕਾਫਲਾ ਅੱਜ ਪੰਜਾਬ ਤੋਂ ਦਿੱਲੀ ਵੱਲ ਜਿਹੜਾ ਉਹ ਗਿਆ ਜਾ ਰਿਹਾ ਆ ਔਰ ਸਥਿਤੀਆਂ ਕੀ ਬਣ ਗਈਆਂ ਇਹ ਫਿਲਹਾਲ 26 ਤਰੀਕ ਦੱਸੇਗੀ। ਪਰ ਘੱਟੋ ਘੱਟ ਜੋਸ਼ ਤੇ ਨਾਲ ਦੀ ਨਾਲ ਤਾਦਾਦ ਜਿਹੜੀ ਹੈ ਇਸ ਕਿਸਾਨ ਪਰੇਡ ਦੇ ਵਿੱਚ ਜਾਣ ਵਾਲੇ ਲੋਕਾਂ ਦੀ ਉਹ ਆਪਣੇ ਆਪ ਆਪਣੇ ਮੂੰਹੋਂ ਇੱਕ ਇਤਿਹਾਸਕ ਕਹਾਣੀ ਬਿਆਨ ਕਰਦੀ ਨਜ਼ਰ ਆ ਰਹੀ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।